ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੇ ਨਾਲ ਦਿਵਿਆਨੀ ਜੱਟ। ਲੈਂਡਮਾਰਕ ਇਮੀਗ੍ਰੇਸ਼ਨ ਦੇ ਇਸ ਖਾਸ ਸ਼ੋਅ ਦੇ ਵਿੱਚ ਤੁਹਾਡਾ ਤਹਿ ਦਿਲੋਂ ਸਵਾਗਤ ਹੈਗਾ ਹੈ। ਜਿੱਦਾਂ ਕਿ ਤੁਸੀਂ ਜਾਣਦੇ ਹੋ, ਇਹ ਇੱਕ ਇੱਦਾਂ ਦੀ ਜਗ੍ਹਾ ਹੈਗੀ ਹੈ ਜਿੱਥੇ ਆ ਕੇ ਤੁਹਾਡੇ ਕਈ ਸੁਪਨੇ ਪੂਰੇ ਹੋ ਸਕਦੇ ਨੇ। ਕਿਉਂਕਿ ਮੈਂ ਗੱਲ ਕਰਦੀ ਪਈ ਹਾਂ, ਜਦੋਂ ਆਪਾਂ ਬਾਹਰ ਜਾਣ ਦੀ ਗੱਲ ਕਰਦੇ ਹਾਂ, ਆਪਾਂ ਕਾਫੀ ਸਾਰੇ ਡ੍ਰੀਮਸ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਇਹ ਕਿ ਆਪਾਂ ਕਿਸੇ ਰਿਲਾਇਬਲ ਹੱਥ 'ਚ ਪਈਏ ਤਾਂ ਕਿ ਸਾਨੂੰ ਰਾਹ ਦਿਖਾਉਣ ਵਾਲਾ ਜੈਨੂਇਨ ਹੋਵੇ। ਸੋ ਅੱਜ ਤੁਹਾਨੂੰ ਕਾਫੀ ਕੁਝ ਆਪਾਂ ਦੱਸਣ ਵਾਲੇ ਹਾਂ ਸ਼ੋਅ ਤੱਕ, ਅਤੇ ਇਸ ਸ਼ੋਅ ਦੇ ਰਾਹੀਂ ਅੱਜ ਤੁਸੀਂ ਕਾਫੀ ਕੁਝ ਪੁੱਛ ਵੀ ਸਕਦੇ ਹੋ। ਨੰਬਰ ਸਾਡੇ ਆਲ ਟਾਈਮ ਤੁਹਾਡੇ ਟੀਵੀ ਸਕਰੀਨ 'ਤੇ ਫਲੈਸ਼ ਹੁੰਦੇ ਰਹਿਣਗੇ। ਅਤੇ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਸਿੰਘ ਚੰਨਾ ਜੀ ਸਾਡੇ ਨਾਲ ਅੱਜ ਜੁੜੇ ਹੋਣਗੇ। ਉਹਨਾਂ ਨੂੰ ਆਪਾਂ ਕਾਫੀ ਸਾਰੇ ਸਵਾਲ ਪੁੱਛਣ ਵਾਲੇ ਹਾਂ। ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸਰ। ਥੈਂਕ ਯੂ ਵੈਰੀ ਮਚ। ਇਹ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ਲੈਂਡਮਾਰਕ ਇਮੀਗ੍ਰੇਸ਼ਨ ਦੀ ਇੰਟਾਇਰ ਟੀਮ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਸਰ, ਬਹੁਤ ਹੀ ਅੱਛਾ ਰਿਸਪੌਂਸ ਜਿਹੜਾ ਹੈਗਾ ਹੈ ਹਾਲੇ ਤੱਕ, ਜਿੰਨਾ ਵੀ ਐਕਸਪੀਰੀਅੰਸ ਰਿਹਾ ਤੁਹਾਡਾ ਇਸ ਇੰਡਸਟਰੀ ਦੇ ਵਿੱਚ ਆਉਂਦਾ ਰਿਹਾ ਹੈਗਾ, ਕੋਈ ਖਾਸ ਸੀਕਰੇਟ ਹੈਗਾ ਇਹਦੇ ਪਿੱਛੇ? ਦੇਖੋ, ਸੀਕਰੇਟ ਇਨ ਦਾ ਸੈਂਸ ਇਹ ਹੁੰਦਾ ਕਿ ਜਦੋਂ ਅਸੀਂ ਪਰਸਨਲੀ ਇੰਟੈਂਸ਼ਨ ਨਾਲ ਆਪਣੀ ਫਾਈਲਿੰਗ ਨੂੰ ਧਿਆਨ ਦਿੰਦੇ ਹਾਂ ਔਰ ਹਰ ਕਲਾਇੰਟ ਦੀ ਜਿਹੜੀ ਫਾਈਲ ਹੈ ਉਹ ਬਤੌਰ ਚੈੱਕ ਹੁੰਦੀ ਹੈ ਔਰ ਹਰ ਚੀਜ਼ ਦੇ ਉੱਤੇ, ਹਰ ਪੈਰਾਮੀਟਰਸ ਦੇ ਉੱਤੇ ਚੈਕਿੰਗਸ ਲਾਈਆਂ ਹੋਈਆਂ ਨੇ, ਤਾਂ ਮੈਨੂੰ ਲੱਗਦਾ ਕਿ ਸਕਸੈਸ ਰੇਟ ਕਿਸੇ ਵੀ ਲਿਆ ਜਾ ਸਕਦਾ ਕਿਸੇ ਵੀ ਕੰਮ ਕਰਦਾ। ਅਤੇ ਜੇ ਪਰਸਨਲੀ ਇਨਵੋਲਵਮੈਂਟ ਹੋਣੀ ਬਹੁਤ ਜ਼ਰੂਰੀ ਹੈ, ਜਿਹੜੀ ਹਾਇਰ ਮੈਨੇਜਮੈਂਟ ਹੁੰਦੀ ਹੈ। ਸੋ ਸਾਡਾ ਸਿਸਟਮ ਇਹੀ ਹੈ, ਹਾਇਰ ਮੈਨੇਜਮੈਂਟ ਦੀ ਜਿਹੜੀ ਇਨਵੋਲਵਮੈਂਟ ਹੈ ਉਹ ਹਰ ਫੀਲਡ ਦੇ ਵਿੱਚ ਨਾਲ ਹੈ। ਚਾਹੇ ਫਿਰ ਉਹ ਸਟਾਰਟਿੰਗ ਇਨਰੋਲਮੈਂਟਸ ਹੋਣ, ਜਦੋਂ ਬੱਚਾ ਨਵਾਂ ਆਉਂਦਾ ਸਾਡੇ ਕੋਲ, ਫਿਰ ਚਾਹੇ ਉਹਦੇ ਅਪਲਾਈ ਟਾਈਮ ਦੇ ਉੱਤੇ ਹੋਵੇ, ਆਫਰ ਲੈਟਰ ਆਉਣ 'ਤੇ ਹੋਵੇ, ਟਿਊਸ਼ਨ ਫੀ ਡਿਪੋਜ਼ਿਟ 'ਤੇ ਹੋਵੇ, GIC 'ਤੇ ਹੋਵੇ। ਪਰਸਨਲ ਇਨਵੋਲਵਮੈਂਟ ਬੜੇ ਵੱਡੇ ਲੈਵਲ ਦੇ ਉੱਤੇ ਮੈਨੇਜਮੈਂਟ ਦੀ ਹੈਗੀ ਹੈ, ਜਿਹਦੇ ਸਦਕਾ ਅੱਜ ਲੈਂਡਮਾਰਕ ਇਮੀਗ੍ਰੇਸ਼ਨ 90 ਤੋਂ 95% ਦੇ ਸਕਸੈਸ ਦੇ ਨਾਲ ਕੰਮ ਕਰ ਰਿਹਾ ਵਾ ਔਰ ਹਜ਼ਾਰਾਂ ਸਟੂਡੈਂਟ ਦਾ ਸੁਪਨਾ ਪੂਰਾ ਕਰ ਚੁੱਕਿਆ ਔਰ ਆਉਣ ਵਾਲੇ ਸਮੇਂ 'ਚ ਹਜ਼ਾਰਾਂ ਲੱਖਾਂ ਸਟੂਡੈਂਟ ਦੇ ਸੁਪਨੇ ਨੂੰ ਪੂਰਾ ਕਰੇਗਾ। ਸੋ ਇਹ ਦੌਰ ਇੱਦਾਂ ਹੀ ਚੱਲਦਾ ਰਹੇਗਾ ਜਦ ਤੱਕ ਅਸੀਂ ਆਪਣੀ ਪਰਸਨਲ ਇਨਵੋਲਵਮੈਂਟ ਦਿਖਾਉਂਦੇ ਰਹਾਂਗੇ। ਔਰ ਬਿਲਕੁਲ ਸਾਡੀ ਟੀਮ ਜਿਹੜੀ ਹੈ ਯੰਗ ਟੀਮ ਹੈ, ਤੋ ਮੈਨੂੰ ਲੱਗਦਾ ਹੈ ਜਸਮੀਤ ਜੀ ਦੀ ਇਨਵੋਲਵਮੈਂਟ ਬਹੁਤ ਹਾਇਰ ਲੈਵਲ 'ਤੇ ਰਹਿੰਦੀ ਹੈ ਹਰ ਜਗ੍ਹਾ 'ਤੇ, ਮੇਰੀ ਇਨਵੋਲਵਮੈਂਟ ਹਰ ਜਗ੍ਹਾ 'ਤੇ ਹੁੰਦੀ ਹੈ। ਸੋ ਇਸੇ ਕਰਕੇ ਅੱਜ ਸਾਡੇ ਕੋਲ ਵਧੀਆ ਸਕਸੈਸ ਰੇਟ। ਔਰ ਦੂਸਰਾ ਚੀਜ਼ ਹੈ ਜਿਹੜਾ ਸਟੂਡੈਂਟ ਟਰਸਟ ਕਰਕੇ ਸਾਡੇ ਕੋਲ ਆਉਂਦਾ ਹੈ, ਦੈਟ ਇਜ਼ ਮੋਰ ਇੰਪੋਰਟੈਂਟ। ਕਿਉਂਕਿ ਸਟੂਡੈਂਟ ਦਾ ਸਾਡੇ 'ਤੇ ਟਰਸਟ ਕਰਨਾ ਔਰ ਉਹਦੇ 'ਤੇ ਸਾਡਾ ਖਰੇ ਉਤਰਨਾ, ਦੋਨੋਂ ਹੀ ਕਹਿੰਦੇ ਨਾ ਕਿ ਤਾੜੀ ਦੋ ਹੱਥਾਂ ਨਾਲ ਵੱਜਦੀ ਹੈ। ਉਹ ਇਹੀ ਚੀਜ਼ ਹੈ ਕਿ ਸਟੂਡੈਂਟ ਜਿਹੜਾ ਉਹਦਾ ਬਿਲਕੁਲ ਭਵਿੱਖ ਦੀ ਗੱਲ ਹੈ ਔਰ ਲੱਖਾਂ ਰੁਪਇਆ ਇਨਵੋਲਵ ਵੀ ਹੈਗਾ ਔਰ ਸਟੂਡੈਂਟ ਦੇ ਫਿਊਚਰ ਦੀ ਗੱਲ ਹੈ। ਸੋ ਇਹ ਸਾਰੀ ਚੀਜ਼ਾਂ ਨੂੰ ਬਿਲਕੁਲ ਧਿਆਨ ਵਿੱਚ ਰੱਖਦੇ ਹੋਏ ਮੈਨੂੰ ਲੱਗਦਾ ਅਸੀਂ ਇਹ ਸਾਰਾ ਕੰਮ ਕਰ ਰਹੇ ਹਾਂ, ਜਿਹਦੇ ਕਰਕੇ ਅੱਜ ਲੈਂਡਮਾਰਕ ਇਮੀਗ੍ਰੇਸ਼ਨ ਇੱਕ ਚੰਗੀਆਂ ਉਚਾਈਆਂ ਦੇ ਉੱਤੇ ਹੈ। ਔਰ ਬ੍ਰਾਂਚਿਸ ਵੀ ਪੰਜਾਬ 'ਚ ਬਹੁਤ ਸਾਰੀ ਜਗ੍ਹਾ 'ਤੇ ਬ੍ਰਾਂਚਿਸ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਗ੍ਹਾ 'ਤੇ ਵੀ ਬ੍ਰਾਂਚਿਸ ਲੈ ਕੇ ਆਵਾਂਗੇ। ਡੈਫੀਨੇਟਲੀ। ਹੋਰ ਇੰਨੀ ਗੱਲ ਨਹੀਂ ਹੈਗੀ, ਇੱਕ ਵਾਰ ਜੋ ਵੀ ਇਹਨਾਂ ਕੋਲ ਵਿਜ਼ਿਟ ਕਰਦਾ ਹੈ ਉਹਦੇ ਰੈਫਰੈਂਸ ਜ਼ਰੂਰ ਦਿੰਦਾ ਹੈਗਾ ਕਿ ਤੁਸੀਂ ਵੀ ਵਿਜ਼ਿਟ ਕਰੋ। ਇੱਕ ਲੰਬੀ ਚੇਨ ਬਣ ਜਾਂਦੀ ਹੈ ਉਹਦੇ ਨਾਲ ਔਰ ਇੱਕ ਲੰਬਾ ਟਰਸਟ ਬਣਦਾ ਹੈਗਾ। ਜੇ ਤੁਸੀਂ ਵੀ ਇੱਕ ਵਾਰ ਇਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਇਹਨਾਂ ਦੇ ਨੰਬਰ ਤੁਹਾਡੇ ਟੀਵੀ ਸਕਰੀਨਸ 'ਤੇ ਹੈਗੇ ਅਤੇ ਐਡਰੈਸ ਵੀ ਇਹਨਾਂ ਦੇ ਟੀਵੀ ਸਕਰੀਨ 'ਤੇ। ਸਰ, ਸਭ ਤੋਂ ਪਹਿਲਾਂ ਮੈਂ ਕੈਨੇਡਾ ਦੀ ਗੱਲ ਕਰਨਾ ਚਾਹਾਂਗੀ। ਜ਼ਿਆਦਾਤਰ ਸਟੂਡੈਂਟ ਜਿਹੜਾ ਹੈਗਾ ਉਹ ਕੈਨੇਡਾ ਜਾ ਕੇ ਹੀ ਸੈਟਲ ਹੋਣਾ ਚਾਹੁੰਦਾ ਆ। ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਕੀ ਰੀਜ਼ਨ ਹੈਗਾ ਹੈ ਕਿ ਕੈਨੇਡਾ ਨੂੰ ਬੱਚੇ ਆਪਟ ਕਰਨ? ਦੇਖੋ, ਬੇਸਿਕਲੀ ਤੁਸੀਂ ਸਹੀ ਕਿਹਾ, ਪੰਜਾਬੀ ਜਿਹੜਾ ਉਹਦਾ ਪਹਿਲਾ ਸੁਪਨਾ ਹੁੰਦਾ ਕਿ ਉਹ ਜਿਹੜਾ ਕੈਨੇਡਾ ਦੀ ਧਰਤੀ 'ਤੇ ਜਾਵੇ, ਉੱਥੇ ਜਾ ਕੇ ਉਹ ਪੜ੍ਹਾਈ ਕਰੇ ਔਰ ਪੜ੍ਹਨ ਦੇ ਨਾਲ ਨਾਲ ਮੁੱਖ ਜਿਹੜਾ ਮਕਸਦ ਹੁੰਦਾ ਉਹਦਾ ਉਹ ਹੁੰਦਾ ਸੈੱਟ ਹੋਣਾ ਔਰ ਉਹਦਾ ਪਰਮਾਨੈਂਟ ਰੈਜ਼ੀਡੈਂਸੀ ਲੈਣਾ। ਅੱਜ ਸਟੂਡੈਂਟ ਜਾਣਾ ਚਾਹੁੰਦਾ ਕੈਨੇਡਾ ਕਿਉਂਕਿ ਕੈਨੇਡਾ ਦੀ ਜਿਹੜੀ ਪੋਲਿਸੀਜ਼ ਆ ਬਹੁਤ ਟਰਾਂਸਪੇਰੈਂਟ ਹੈ। ਕੈਨੇਡਾ ਜਾਣਾ ਚਾਹੁੰਦਾ ਸਟੂਡੈਂਟ ਕਿਉਂਕਿ ਸਟੂਡੈਂਟ ਨੂੰ ਪਤਾ ਹੈ ਜੋ 2 ਸਾਲ ਪੜ੍ਹੇਗਾ 3 ਸਾਲਾਂ ਦਾ PGWP ਲਾਈਕ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇਗੀ ਸਰਕਾਰ ਔਰ ਫਿਰ ਉਹ ਸੈੱਟ ਹੋ ਸਕਦਾ ਵਾ। ਬਹੁਤ ਖੁੱਲ੍ਹੇ ਦਿਲ ਨਾਲ ਸੱਦਾ ਆ ਕੈਨੇਡਾ ਵੱਲੋਂ ਹਰ ਸਟੂਡੈਂਟ ਨੂੰ। ਔਰ ਨਾਲ ਸਮੇਂ ਸਿਰ 'ਤੇ ਜਿਹੜੀ ਕੈਨੇਡੀਅਨ ਗਵਰਨਮੈਂਟ ਹੈ ਉਹ ਬਹੁਤ ਫੇਵਰ ਕਰਦੀ ਰਹੀ ਹੈ ਸਟੂਡੈਂਟ ਦਾ, ਚਾਹੇ ਕਿੱਦਾਂ ਵੀ ਹੋਵੇ। ਰੀਸੈਂਟ ਵੀ ਦੇਖਿਆ ਗਿਆ ਕੋਵਿਡ ਦੀ ਸਿਚੁਏਸ਼ਨ ਦੇ ਵਿੱਚ ਵੀ ਕਾਫੀ ਲੋਕਾਂ ਨੂੰ ਪੈਸੇ ਵੀ ਮਿਲੇ, ਕਾਫੀ ਲੋਕਾਂ ਨੂੰ ਰਿਲੈਕਸੇਸ਼ਨ ਵੀ ਮਿਲਿਆ ਜਿਨ੍ਹਾਂ ਦਾ ਵਰਕ ਪਰਮਿਟ ਉਸ ਟੈਨਿਓਰ ਦੇ ਵਿੱਚ ਐਕਸਪਾਇਰ ਹੋ ਗਿਆ। ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਦੁਬਾਰਾ ਤੁਹਾਨੂੰ ਅਸੀਂ 18 ਮਹੀਨੇ ਦਾ ਵਰਕ ਪਰਮਿਟ ਦੇ ਦਿਆਂਗੇ। ਮਤਲਬ ਹਰ ਪੈਰ ਦੇ ਉੱਤੇ ਜਿੱਥੇ ਕੈਨੇਡਾ ਹਾਈ ਕਮਿਸ਼ਨ ਵੱਲੋਂ, ਕੈਨੇਡਾ ਗਵਰਨਮੈਂਟ ਵੱਲੋਂ, ਕੈਨੇਡਾ ਮੈਡੀਕਲ ਟੀਮ ਵੱਲੋਂ ਮੈਨੂੰ ਲੱਗਦਾ ਕਿ ਇਹ ਸਾਰਾ ਕੁਝ ਹੁੰਦਾ ਰਿਹਾ, ਜਿਹਦੇ ਕਰਕੇ ਜਿਹੜਾ ਪੰਜਾਬੀਆਂ ਦਾ ਜਿੱਥੇ ਪਹਿਲੀ ਪਸੰਦ ਸੀ ਹੁਣ ਪਹਿਲੀ ਟਰਸਟਡ ਪਸੰਦ ਬਣ ਚੁੱਕਿਆ ਕੈਨੇਡਾ। ਔਰ ਜਿਹਦੇ ਕਰਕੇ ਸਟੂਡੈਂਟ ਹੈ ਉੱਥੇ ਜ਼ਰੂਰ ਜਾਣਾ ਚਾਹੁੰਦਾ ਕਿ ਮੇਰਾ ਪਹਿਲਾ ਸੁਪਨਾ ਇਹੀ ਹੈ ਕੈਨੇਡਾ ਦੀ ਧਰਤੀ 'ਤੇ ਜਾਵਾਂ। ਕਿਉਂਕਿ ਇਸ ਕੋਵਿਡ ਦੇ ਦੌਰਾਨ ਮੈਨੂੰ ਨਹੀਂ ਲੱਗਦਾ ਕਿ ਕਿਸੇ ਪਾਸਿਓਂ ਵੀ ਇੰਨੇ ਜ਼ਿਆਦਾ ਅਪਡੇਟ ਆਏ ਹੈ, ਇੰਨੇ ਜ਼ਿਆਦਾ ਚੇਂਜਿਸ ਆਏ ਆ ਕਿਸੇ ਵੀ ਕੰਟਰੀ ਵੱਲੋਂ, ਜਿਹੜੇ ਹਾਈ ਕਮਿਸ਼ਨ ਉਹਨਾਂ ਦੇ। ਕਿਉਂਕਿ ਕੈਨੇਡਾ ਲਗਾਤਾਰ ਚੇਂਜਿਸ ਕਰਦਾ ਰਿਹਾ, ਕੈਨੇਡਾ ਲਗਾਤਾਰ ਆਪਣੀ ਪੋਲਿਸੀਜ਼ ਨੂੰ ਅਪਡੇਟ ਕਰਦਾ ਰਿਹਾ। ਕੈਨੇਡਾ ਨੇ ਕਾफ़ੀ ਚੀਜ਼ਾਂ ਬੰਦ ਵੀ ਕੀਤੀਆਂ, ਕਾफ़ੀ ਸ਼ੁਰੂ ਵੀ ਕੀਤੀਆਂ।
ਕਾਲਜਸ ਨੇ ਬਹੁਤ ਸਪੋਰਟ ਕੀਤਾ ਸਟੂਡੈਂਟ ਨੂੰ। ਕਾਲਜਸ ਨੇ ਸਪੋਰਟ ਦੀ ਗੱਲ ਕਰਾਂ, ਸਟੂਡੈਂਟ ਨੂੰ ਸਕਾਲਰਸ਼ਿਪਸ ਦਿੱਤੀਆਂ। ਕਾਲਜਸ ਦੀ ਗੱਲ ਕਰਾਂ, ਕੁਝ ਬਰਸਰੀਜ਼ ਇੰਟਰੋਡਿਊਸ ਕੀਤੀਆਂ। ਕਈ ਕਾਲਜਸ ਨੇ ਕੁਆਰੰਟਾਈਨ ਦੀ ਫੈਸਿਲਿਟੀ ਦੇ ਲਈ ਪੈਸੇ ਵੀ ਐਲਾਨੇ ਕਿ ਜਿਹੜੇ ਕੁਆਰੰਟਾਈਨ 'ਚ ਪੈਸੇ ਲੱਗਣਗੇ ਉਹਦੇ 'ਚੋਂ $600 $1000 ਅਸੀਂ ਦੇਵਾਂਗੇ। ਸੋ ਕਾਲਜ ਵੱਲੋਂ ਫ੍ਰੀ ਆਫਰ ਲੈਟਰ ਦਾ ਵੀ ਇੱਕ ਕਹਿ ਲਓ ਕਿ ਦੌਰ ਚਲਾਇਆ ਗਿਆ। ਸੋ ਮੈਨੂੰ ਲੱਗਦਾ ਕਿ ਇੰਨਾ ਜ਼ਿਆਦਾ ਸਪੋਰਟ ਕਾਲਜਸ ਵੱਲੋਂ, ਇੰਸਟੀਟਿਊਸ਼ਨਸ ਵੱਲੋਂ, ਉੱਥੇ ਦੀ ਗਵਰਨਮੈਂਟ ਵੱਲੋਂ ਦੇਖਣ ਤੋਂ ਬਾਅਦ ਪੰਜਾਬੀਆਂ ਦੇ ਇਹ ਜੇ ਕੈਨੇਡਾ 'ਚ ਪਹਿਲੀ ਪਸੰਦ ਹੈ, ਇਹ ਕੋਈ ਦੋ ਰਾਹੇ ਨਹੀਂ ਹੈ, ਬਿਲਕੁਲ ਸਹੀ ਹੈ। ਜੇ ਮੈਂ ਵੀ ਅੱਜ ਸਟੂਡੈਂਟ ਹੁੰਦਾ ਤੇ ਮੇਰੀ ਪਸੰਦ ਵੀ ਜਿਹੜੀ ਉਹ ਕੈਨੇਡਾ ਹੀ ਹੋਣੀ ਸੀ, ਕਿਉਂਕਿ ਕੈਨੇਡਾ ਬਹੁਤ ਟਰਾਂਸਪੇਰੈਂਟ ਵੇ ਦੇ ਨਾਲ ਔਰ ਬਹੁਤ ਵਧੀਆ ਤਰੀਕੇ ਨਾਲ ਸਟੂਡੈਂਟਸ ਨਾਲ ਡੀਲ ਕਰ ਰਿਹਾ। ਬਿਲਕੁਲ ਸਰ, ਜਿੱਦਾਂ ਤੁਸੀਂ ਹੁਣੇ ਦੱਸਿਆ ਹੈਗਾ ਕਿ ਕੈਨੇਡਾ ਦੇ ਹਾਲੇ ਤੱਕ ਕਾਫੀ ਸਾਰੇ ਚੇਂਜਸ ਹੋ ਚੁੱਕੇ ਨੇ। ਸੋ ਇੰਨੇ ਸਾਰੇ ਚੇਂਜਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕਿਤੇ ਨਾ ਕਿਤੇ ਸਟੂਡੈਂਟਸ ਲਈ ਬੈਨੀਫਿਟ ਅੱਗੇ ਜ਼ਿਆਦਾ ਆਏ ਨੇ ਜਾਂ ਡਿਫਿਕਲਟੀਜ਼ ਜ਼ਿਆਦਾ ਆਈਆਂ ਨੇ? ਦੇਖੋ, ਇਹ ਮੈਂ ਤੁਹਾਨੂੰ ਬੈਨੀਫਿਟ ਦੇ ਰੂਪ 'ਚ ਲੈ ਕੇ ਚੱਲਾਂਗਾ। ਸਟੂਡੈਂਟ ਨੂੰ ਕਿੱਥੇ ਕੈਨੇਡਾ ਦੇ ਕੋਲ ਲੱਖਾਂ ਫਾਈਲ ਤੋਂ ਉੱਤੇ, ਲੱਖ ਫਾਈਲਾਂ ਤੋਂ ਉੱਤੇ ਤਾਦਾਦ ਸੀਗੀ ਜਦੋਂ ਸਟਾਰਟ ਕੀਤਾ ਸੀ ਉਹਨਾਂ ਨੇ ਕੰਮ ਕੋਵਿਡ ਤੋਂ ਬਾਅਦ। ਉਹਨੂੰ ਚੱਲਦੇ ਹੋਏ ਕਾਫੀ ਚੇਂਜਸ ਕੀਤੇ। AIP ਦਾ ਦੌਰ ਲਿਆਂਦਾ ਗਿਆ, ਸਟੂਡੈਂਟ ਨੂੰ ਆਨਲਾਈਨ ਪੜ੍ਹਨ ਲਈ ਐਨਕਰੇਜ ਕੀਤਾ ਗਿਆ। ਸਟੂਡੈਂਟ ਪੜ੍ਹਿਆ ਵੀ, ਉਸ ਤੋਂ ਬਾਅਦ ਉਹਨੂੰ ਪਾਸਪੋਰਟ ਰਿਕੁਐਸਟਾਂ ਵੀ ਦਿੱਤੀਆਂ ਗਈਆਂ। ਫਿਰ ਪਿੱਛੇ ਜੇ ਨਿਊਜ਼ ਆਈ ਕਿ 36 ਹਫ਼ਤਿਆਂ ਦਾ ਸਮਾਂ ਕਰ ਦਿੱਤਾ ਗਿਆ, ਜੇ ਤੁਸੀਂ ਫਾਈਲ ਲੌਂਚ ਕੀਤੀ ਹੈ ਤੁਹਾਨੂੰ 36 ਵੀਕਸ ਦੇ ਅੰਦਰ ਅੰਦਰ ਰਿਜ਼ਲਟ ਮਿਲੇਗਾ। ਬਟ ਉੱਥੇ ਨਾਲ ਹੀ ਕੁਝ ਦਿਨਾਂ ਦੇ ਬਾਅਦ ਹੀ ਇਹ ਅਪਡੇਟ ਆ ਗਈ ਕਿ ਹੁਣ 14 ਵੀਕਸ ਦੇ ਵਿੱਚ ਮਿਲੇਗਾ। ਸੋ ਕਿਤੇ ਨਾ ਕਿਤੇ ਉਹ ਵੀ ਸਟੂਡੈਂਟ ਨੂੰ ਬੁਲਾਉਣਾ ਚਾਹੁੰਦੇ ਨੇ, ਉਹ ਵੀ ਸਟੂਡੈਂਟ ਨੂੰ ਉੱਥੇ ਇਨਵਾਈਟ ਕਰਨਾ ਚਾਹੁੰਦੇ ਨੇ। ਬਟ ਦ ਥਿੰਗ ਇਜ਼ ਵਾਟ, ਕਲੈਰਿਟੀ ਇਹ ਚੀਜ਼ ਦੀ ਹੈ ਕਿ ਜੇ ਉਹ ਚੇਂਜਸ ਕਰ ਰਿਹਾ 36 ਹਫ਼ਤਿਆਂ ਤੋਂ ਸਿੱਧਾ 14 ਹਫ਼ਤਿਆਂ ਤੇ ਲਿਆ ਆ, ਤੇ ਮੈਨੂੰ ਲੱਗਦਾ ਇੱਕ ਬਹੁਤ ਵੱਡਾ ਬੈਕਲੌਗ ਜਿਹੜਾ ਸੀਗਾ ਐਪਲੀਕੇਸ਼ਨਸ ਦਾ ਉੱਤੇ ਵਰਕਆਊਟ ਹੋ ਚੁੱਕਿਆ ਹੈ। ਰਿਜ਼ਲਟਸ ਦਿੱਤੇ ਜਾ ਰਹੇ ਨੇ ਔਰ ਨਾਲ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਫਰੈਸ਼ ਐਪਲੀਕੇਸ਼ਨ ਜਿਹੜੀਆਂ ਜਾਣੀਆਂ ਨੇ, ਕਿਉਂਕਿ ਐਜ਼ ਏ ਬੀਇੰਗ ਏ ਕੰਸਲਟੈਂਟ ਨਵੇਂ ਬਿਜ਼ਨਸ ਵੱਲ ਵੀ ਸਾਡਾ ਧਿਆਨ ਰਹਿੰਦਾ। ਸੋ ਕਿਤੇ ਨਾ ਕਿਤੇ ਮਈ ਇਨਟੇਕ ਦੇ ਔਰ ਸੈਪਟੈਂਬਰ ਇਨਟੇਕ ਦੇ ਸਟੂਡੈਂਟਸ ਲਈ ਵੀ ਬਹੁਤ ਵਧੀਆ ਨਿਊਜ਼ ਹੈ ਕਿ ਹੁਣ 14 ਹਫ਼ਤਿਆਂ 'ਚ ਰਿਜ਼ਲਟ ਆਏਗਾ। ਸੋ ਮੈਨੂੰ ਲੱਗਦਾ ਕਿ ਇਹ ਚੀਜ਼ ਬਹੁਤ ਕਲੀਅਰ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਵੱਡੇ ਚੇਂਜਸ ਦੇਖਣ ਨੂੰ ਮਿਲ ਸਕਦੇ ਨੇ ਕੈਨੇਡੀਅਨ ਗਵਰਨਮੈਂਟ ਵੱਲੋਂ। ਉੱਥੇ ਹੀ ਅਗੇਨ ਫਿਰ ਇੱਕ ਟਰੈਵਲ ਰਿਸਟ੍ਰਿਕਸ਼ਨ ਨੂੰ ਲੈ ਕੇ ਵੀ ਅਪਡੇਟ ਆ ਚੁੱਕਿਆ ਵਾ, ਜਿਹਦੇ ਲਈ ਅਸੀਂ ਅੱਗੇ ਸ਼ੋਅ ਦੇ ਵਿੱਚ ਗੱਲ ਜ਼ਰੂਰ ਕਰਾਂਗੇ ਟਰੈਵਲ ਰਿਸਟ੍ਰਿਕਸ਼ਨਸ ਨੂੰ ਲੈ ਕੇ ਵੀ। ਡੈਫੀਨੇਟਲੀ। ਤੇ AIPs ਕਾਫੀ ਆਈਆਂ ਨੇ, ਫਿਲਹਾਲ ਕਾਫੀ ਅੱਛਾ ਰਿਸਪੌਂਸ ਆ ਰਿਹਾ ਹੈਗਾ ਹੈ, ਲੇਕਿਨ ਕਿਤੇ ਨਾ ਕਿਤੇ ਇਹ ਗੱਲਾਂ ਵੀ ਜ਼ਰੂਰ ਚੱਲ ਰਹੀਆਂ ਨੇ ਕਿ ਤੁਸੀਂ ਇਹ ਨਾ ਭਰੋਸਾ ਕਰੋ ਤੁਹਾਡੀ AIP ਆ ਗਈ ਤਾਂ ਮਤਲਬ ਤੁਸੀਂ ਕੈਨੇਡਾ ਪਹੁੰਚ ਗਏ। ਇੱਦਾਂ ਦੀ ਗੱਲਾਂ ਕਿਉਂ ਉੱਡ ਰਹੀਆਂ ਨੇ? ਦੇਖੋ, ਬੇਸਿਕਲੀ ਕੀ ਹੈ, ਇਹ ਦੌਰ ਇਸ ਲਈ ਹੈ ਕਿਉਂਕਿ ਸੈਪਟੈਂਬਰ 2020 ਜਿਹੜਾ ਫਾਲ 2020 ਇਨਟੇਕ ਸੀਗਾ, ਉਹਦੇ ਵਿੱਚ ਵੀ ਦੇਖਣ ਨੂੰ ਮਿਲਿਆ ਕਿ ਸਟੂਡੈਂਟ ਨੂੰ AIP ਤੋਂ ਬਾਅਦ ਰਿਫਿਊਜ਼ਲ ਮਿਲ ਗਈ। ਕਿਤੇ ਨਾ ਕਿਤੇ ਜਿਹੜਾ ਟਰਸਟ ਬਣਿਆ ਸੀ ਕਿ AIP ਤੋਂ ਬਾਅਦ ਰਿਫਿਊਜ਼ਲ ਨਹੀਂ ਆਏਗੀ, ਉਹ ਟੁੱਟ ਗਿਆ। ਜਦੋਂ ਟੁੱਟਦਾ ਟਰਸਟ ਤੇ ਫਿਰ ਬੜੇ ਲੰਬੇ ਸਮੇਂ ਤੱਕ ਜ਼ਹਿਨ 'ਚ ਰਹਿੰਦਾ। ਸੋ ਮੈਨੂੰ ਲੱਗਦਾ ਉਸੇ ਕਰਕੇ ਜਦੋਂ ਅੱਜ ਸਟੂਡੈਂਟ ਦਾ AIP ਆ ਰਿਹਾ, ਉਹਨੂੰ ਨਾ ਤਾਂ ਇੰਨੀ ਜ਼ਿਆਦਾ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ, ਬਟ ਕਿਤੇ ਨਾ ਕਿਤੇ ਸਟੂਡੈਂਟ ਕਨਫਿਊਜ਼ ਵੀ ਹੈ, ਸ਼ਾਇਦ ਇਸ ਤੋਂ ਬਾਅਦ ਵੀ ਰਿਫਿਊਜ਼ਲ ਆ ਸਕਦੀ ਹੈ। ਬਟ ਮੈਂ ਉਹਨਾਂ ਸਾਰੇ ਸਟੂਡੈਂਟਸ ਨੂੰ ਕਹਿਣਾ ਚਾਹੂੰਗਾ ਕਿ ਜੇ ਤੁਹਾਡਾ AIP ਆਇਆ, ਜੇ ਸੈਪਟੈਂਬਰ ਫਾਲ 2020 ਦੀ ਵੀ ਗੱਲ ਕਰਾਂ, ਤੇ ਜਿਹੜਾ AIP ਆਉਣ ਤੋਂ ਬਾਅਦ ਰਿਫਿਊਜ਼ਲ ਰੇਟ ਹੈ ਉਹ 0% ਦੇ ਵਿੱਚ ਹੈ। ਠੀਕ ਹੈ, ਮਤਲਬ 99.99% ਤੱਕ ਵੀ ਵੀਜ਼ਾ ਸਕਸੈਸ ਰੇਟ ਹੈ, 0% ਦੇ ਵਿੱਚ ਹੈ। ਸੋ ਉਸ ਚੀਜ਼ ਨੂੰ ਸਮਝੋ ਕਿ ਤੁਸੀਂ 99% ਤੋਂ ਵੱਧ ਦੀ ਜੰਗ ਜਿੱਤ ਚੁੱਕੇ ਹੋ ਔਰ ਥੋੜਾ ਜਿਹਾ ਫਰਕ ਰਹਿ ਗਿਆ ਔਰ ਮੋਸਟ ਆਫ ਦਾ ਸਟੂਡੈਂਟ ਵਿਲ ਗੈਟ PPR ਸੂਨ। ਔਰ ਮੈਨੂੰ ਲੱਗਦਾ ਹਾਈ ਕਮਿਸ਼ਨ ਵੀ ਸਟੂਡੈਂਟ ਨੂੰ ਬੁਲਾਉਣਾ ਚਾਹੁੰਦਾ ਹੈ, ਕਿਉਂਕਿ ਜਿੱਦਾਂ ਆਪਾਂ ਇੰਡੀ ਪ੍ਰੀਵੀਅਸ ਵੀ ਗੱਲ ਕੀਤੀ ਹੈ ਕਿ 21 ਮਿਲੀਅਨ ਦੀ ਇੰਡਸਟਰੀ ਹੈਗੀ ਹੈ। ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਪੈਸਾ ਵੀ ਇਨਵੋਲਵਮੈਂਟ ਹੈ, ਬਹੁਤ ਸਾਰੇ ਸਟੂਡੈਂਟ ਵੀ ਇਨਵੋਲਵ ਹੈ, 1.5-2 ਲੱਖ EMPLOYE ਵੀ ਇਨਵੋਲਵਡ ਹੈ ਜਿਹੜੇ ਇਸ ਕਿੱਤੇ ਨਾਲ ਕੈਨੇਡਾ 'ਚ ਜੁੜੇ ਹੋਏ ਨੇ। ਸੋ ਆਈ ਥਿੰਕ ਸੋ ਸਾਰੇ ਪਾਸੇ ਹੀ ਇਹ ਚੀਜ਼ ਚੱਲਦੀ ਹੈ ਔਰ ਮੈਨੂੰ ਲੱਗਦਾ ਨਹੀਂ ਕਿਤੇ ਕੋਈ ਸਟੂਡੈਂਟਸ ਨੂੰ ਦਿੱਕਤ ਆਏਗੀ। ਦੇ ਆਰ ਰੈਡੀ ਟੂ ਅਕੋਮੋਡੇਟ n ਨੰਬਰ ਆਫ ਸਟੂਡੈਂਟਸ ਇਨ ਫਿਊਚਰ। ਅੱਛਾ, ਕਈ ਏਜੰਟਸ ਇੱਦਾਂ ਦੇ ਵੀ ਨੇ, ਮੈਂ ਕਿਸੇ ਸਪੈਸੀਫਿਕ ਏਜੰਟ ਨੂੰ ਮੈਂ ਹਾਈਲਾਈਟ ਨਹੀਂ ਕਰਾਂਗੀ, ਬੱਚਿਆਂ ਨੂੰ ਭੇਜ ਦਿੰਦੇ ਨੇ ਬਟ ਉਹ ਬੱਚਿਆਂ ਦੇ ਲਈ ਅਫੋਰਡੇਬਲ ਜਗ੍ਹਾ ਨਹੀਂ ਹੋ ਪਾਉਂਦੀ। ਸੋ ਉਹਨਾਂ ਨੂੰ ਬਜਟ ਦੀ ਬਹੁਤ ਪ੍ਰੋਬਲਮ ਰਹਿੰਦੀ ਹੈ ਕਿ ਮਹਿੰਗੀ ਜਗ੍ਹਾ 'ਤੇ ਚਲੇ ਗਏ, ਹੁਣ ਕਿੱਦਾਂ ਸਰਵਾਈਵ ਕਰਨਾ ਹੈ। ਸੋ ਬੱਚਾ ਉੱਥੇ ਡਿਪਰੈਸ਼ਨ 'ਚ ਆ ਕੇ ਵਾਪਸ ਆਉਣ ਦਾ ਸੋਚਦਾ ਹੈ, ਫਿਰ ਗਲਤ ਰਿਵਿਊਜ਼ ਦਿੰਦਾ ਹੈਗਾ ਕਿ ਉੱਥੇ ਨਾ ਜਾਓ, ਉੱਥੇ ਰਹਿ ਨਹੀਂ ਸਕਦੇ। ਸੋ ਕਿਆ ਇੱਦਾਂ ਦੀ ਵੀ ਜਗ੍ਹਾ ਹੈਗੀ ਹੈ ਰਹਿਣ ਦੇ ਲਈ ਜਿਹੜੀ ਲੋ ਬਜਟਡ ਹੋ, ਬੱਚੇ ਜ਼ਿਆਦਾ ਪਰੇਸ਼ਾਨ ਨਾ ਹੋਣ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਕਿ ਜੇ ਤੁਹਾਨੂੰ ਕੋਈ ਕੰਸਲਟੈਂਟ ਗਾਈਡ ਕਰ ਰਿਹਾ ਕਿ ਇਹ XYZ ਕਾਲਜ ਹੈ ABC ਏਰੀਆ ਦੇ ਵਿੱਚ ਹੈਗਾ, ਤੁਸੀਂ ਅੱਜ ਗੂਗਲ ਦੇ ਉੱਤੇ ਕੀ ਨਹੀਂ ਚੈੱਕ ਕਰ ਸਕਦੇ
ਕਿ ਉੱਥੇ ਦੀ ਕੋਸਟਿੰਗ ਕੀ ਹੈ, ਉੱਥੇ ਲਿਵਿੰਗ ਕੋਸਟ ਕੀ ਹੈ, ਉੱਥੇ ਦਾ ਵੈਦਰ ਕਿੱਦਾਂ ਦਾ ਵਾ, ਕਿੱਥੋਂ ਆਉਣਾ, ਕਾਲਜ ਕਿੰਨੀ ਦੂਰ ਹੈ, ਰੈਜ਼ੀਡੈਂਸ ਕਿੰਨੀ ਦੂਰ ਹੈ, ਤੁਹਾਡਾ ਟਰਾਂਸਪੋਰਟੇਸ਼ਨ ਦਾ ਖਰਚਾ ਕਿੰਨਾ ਲੱਗੂਗਾ, ਤੁਹਾਡਾ ਮੋਬਾਈਲ ਦਾ ਖਰਚਾ ਕਿੰਨਾ ਆਏਗਾ, ਤੁਹਾਡਾ ਖਾਣ ਪੀਣ ਦਾ ਖਰਚਾ ਕਿੰਨਾ ਆਏਗਾ। ਐਵਰੀਥਿੰਗ ਇਜ਼ ਅਵੇਲੇਬਲ ਔਨ ਦਾ ਸਾਈਟ, ਰਾਈਟ। ਕਾਲਜ ਦੀ ਸਾਈਟ ਦੇ ਉੱਤੇ ਵੀ ਬਹੁਤ ਕੁਝ ਹੁੰਦਾ ਵਾ। ਵੈਸੇ ਤੁਸੀਂ ਜਨਰਲੀ ਵੀ ਸਰਚ ਕਰੋਗੇ ਤਾਂ ਮੈਨੂੰ ਲੱਗਦਾ ਤੁਹਾਨੂੰ ਬਹੁਤ ਸਾਰੀ ਇਨਫੋਰਮੇਸ਼ਨ ਵੇਖਣ ਨੂੰ ਮਿਲੇਗੀ। ਤਾਂ ਮੈਨੂੰ ਲੱਗਦਾ ਸਟੂਡੈਂਟ ਨੂੰ ਇਹਦੇ ਬਾਰੇ ਰਿਸਰਚ ਕਰਨੀ ਚਾਹੀਦੀ ਹੈ। ਸਟੂਡੈਂਟ ਨੂੰ ਦੇਖਣਾ ਚਾਹੀਦਾ ਕਿ ਉੱਥੇ ਜਾ ਕੇ ਕਿਸ ਤਰ੍ਹਾਂ ਉਹ ਸਰਵਾਈਵ ਕਰ ਸਕਦਾ ਸੀ। ਇੱਥੋਂ ਕੋਈ ਕੁਝ ਵੀ ਗਾਈਡ ਕਰ ਸਕਦਾ ਵਾ, ਰਾਈਟ। ਆਪਾਂ ਪਹਿਲਾਂ ਫੈਕਟਸ ਨੂੰ ਦੇਖਣਾ, ਆਪਾਂ ਕ੍ਰਾਸ ਚੈੱਕ, ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਕਿਸੇ ਵੀ ਮੰਚ ਤੋਂ ਮਿਲਦੀ ਹੈ। ਮੈਂ ਇਹ ਵੀ ਕਹੂੰਗਾ ਜੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਮੰਚ ਤੋਂ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲੀ ਹੈ, ਉਹਨੂੰ ਕ੍ਰਾਸ ਚੈੱਕ ਜ਼ਰੂਰ ਕਰੋ, ਤਾਂ ਉਹ ਤੁਹਾਡਾ ਰਾਈਟ ਬਣਦਾ। ਜੇ ਤੁਸੀਂ ਉਹਨੂੰ ਕ੍ਰਾਸ ਚੈੱਕ ਕਰੋਗੇ, 2 ਸਵਾਲ ਤੁਹਾਡੇ ਮਨ 'ਚ ਹੋਰ ਆਉਣਗੇ ਔਰ ਅਸੀਂ ਤਿਆਰ ਹਾਂ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੇ ਲਈ। ਅਸੀਂ ਤਿਆਰ ਹਾਂ ਉਹਨਾਂ ਸਵਾਲਾਂ ਦੇ ਤੁਹਾਨੂੰ ਸੋਲਿਊਸ਼ਨ ਦੇਣ ਦੇ ਲਈ। ਬਟ ਮੈਂ ਚਾਹੂੰਗਾ ਕਿ ਤੁਸੀਂ ਕਿਤੋਂ ਵੀ ਅਪਲਾਈ ਕਰ ਰਹੇ ਹੋ, ਉਹ ਫਿਰ ਲੈਂਡਮਾਰਕ ਇਮੀਗ੍ਰੇਸ਼ਨ ਦਾ ਪਲੇਟਫਾਰਮ ਹੈ ਜਾਂ ਕੋਈ ਹੋਰ ਕੰਸਲਟੈਂਟ ਹੈ, ਘਬਰਾਉਣ ਦੀ ਲੋੜ ਨਹੀਂ ਹੈ। ਬਿਲਕੁਲ ਬੇਬਾਕ ਹੋ ਕੇ ਆਪਣੇ ਸਵਾਲ ਪੁੱਛੋ ਔਰ ਜਿਹੜੇ ਸਵਾਲ ਤੁਹਾਨੂੰ ਮਿਲਦੇ ਆ ਉਹਨਾਂ ਦਾ ਆਨਸਰ ਤੁਸੀਂ ਅੱਗੇ ਦਿਓ, ਸੋ ਦੈਟ ਤੁਹਾਨੂੰ ਕਲੈਰਿਟੀ ਹੋਵੇ ਔਰ ਕੋਈ ਦਿੱਕਤ ਨਾ ਆਵੇ। ਬਿਲਕੁਲ, ਜੇ ਤੁਸੀਂ ਵੀ ਇਹਨਾਂ ਤੋਂ ਕੁਝ ਪੁੱਛਣਾ ਚਾਹੁੰਦੇ ਹੋ, ਇਹਨਾਂ ਦੇ ਨੰਬਰ ਤੁਹਾਡੇ ਟੀਵੀ ਸਕਰੀਨਸ ਤੇ ਹੈਗੇ ਨੇ। ਤੇ ਜੇ ਟਰਾਂਸਪੇਰੈਂਟ ਹੋ ਕੇ ਤੁਹਾਡੀ ਪ੍ਰੋਫਾਈਲ ਕੀ ਹੈਗੀ ਹੈ, ਤੁਸੀਂ ਕਿੱਥੇ ਸਟੈਂਡ ਕਰਦੇ ਹੋ, ਜੇ ਜਾਣਨਾ ਚਾਹੁੰਦੇ ਹੋ ਤਾਂ ਇੱਕ ਵਾਰ ਇੱਥੇ ਆ ਕੇ ਵਿਜ਼ਿਟ ਜ਼ਰੂਰ ਕਰੋ। ਗੱਲਬਾਤ ਕਰਕੇ ਹੀ ਤੁਹਾਨੂੰ ਕਲੈਰਿਟੀ ਮਿਲਣ ਵਾਲੀ ਹੈਗੀ ਹੈ। ਅੱਛਾ ਮਿਸਟਰ ਗੁਰਪ੍ਰੀਤ ਸਿੰਘ, ਮੈਨੂੰ ਇੱਕ ਚੀਜ਼ ਇਹ ਦੱਸੋ ਕਿ ਕੀ ਲੱਗਦਾ ਹੈ ਕਿ ਕਾਫੀ ਰਿਫਿਊਜ਼ਲ ਕੇਸਿਸ ਤੋਂ ਬਾਅਦ ਵੀ, ਖੈਰ ਤੁਸੀਂ ਇੱਦਾਂ ਦੇ ਹੈਗੇ ਨੇ ਜਿਨ੍ਹਾਂ ਨੂੰ ਬਾਹਰ ਭੇਜਿਆ ਹੈਗਾ ਹੈ, ਬਟ ਕੀ ਮੈਕਸਿਮਮ ਰੀਜ਼ਨਸ ਨੇ ਰਿਫਿਊਜ਼ਲਸ ਦੇ? ਦੇਖੋ, ਅੱਜ ਦੀ ਡੇਟ ਦੇ ਵਿੱਚ ਅਗਰ ਕੋਈ ਸਟੂਡੈਂਟ ਰਿਫਿਊਜ਼ਲ ਲੈਟਰ ਆਪਣਾ ਚੱਕਦਾ ਹੈ ਤੇ ਮੈਨੂੰ ਲੱਗਦਾ ਉਹਨੂੰ ਸਾਰਿਆਂ ਨੂੰ ਸੇਮ ਰਿਫਿਊਜ਼ਲ ਲੈਟਰ ਮੋਸਟ ਆਫ ਦਾ ਟਾਈਮ ਦੇਖਣ ਨੂੰ ਮਿਲਦਾ ਹੈ। ਬਟ ਬੱਚਾ ਕਨਫਿਊਜ਼ ਹੋ ਜਾਂਦਾ ਕਿ ਮੇਰਾ ਰਿਫਿਊਜ਼ਲ ਆਇਆ ਕਿਉਂ ਹੈ। ਉਹਨੂੰ ਸਮਝਣਾ ਮੁਸ਼ਕਿਲ ਹੋ ਗਿਆ ਹੈ ਕਿ ਉਹਦਾ ਰਿਫਿਊਜ਼ਲ ਕਿਉਂ ਹੈ। ਬਟ ਮੈਂ ਉੱਥੇ ਹੀ ਕਹਿਣਾ ਚਾਹੁੰਦਾ, ਇੱਕ ਵਾਰੀ ਆਪਣੀ ਪ੍ਰੋਫਾਈਲਿੰਗ ਦੁਬਾਰਾ ਚੈੱਕ ਕਰੋ, ਕੋਰ ਸਬਜੈਕਟ ਦੇ ਕਿਸ ਤਰ੍ਹਾਂ ਨੇ ਔਰ ਤੁਹਾਡੇ ਇੰਡੀਵਿਜੂਅਲ ਹਰ ਸਬਜੈਕਟ 'ਚ ਮਾਰਕਸ ਕਿੱਦਾਂ ਦੇ ਨੇ, ਪਰਸੈਂਟੇਜ ਕੀ ਹੈ ਔਰ ਫਿਰ ਕਾਲਜ ਦੀ ਰਿਕੁਆਇਰਮੈਂਟ ਕੀ ਹੈ, ਉਹਨੂੰ ਵੀ ਕ੍ਰਾਸ ਚੈੱਕ ਕਰਨਾ। ਜੇ ਤੁਹਾਡਾ 1 'ਚ 5.5 ਬੈਂਡ ਹੈ, ਮੇਨ ਏਰੀਆਸ ਤੋਂ ਜਾਣ ਨੂੰ ਬਚੋ ਥੋੜ੍ਹਾ ਜਿਹਾ, ਉਹ ਵੀ ਚੈੱਕ ਕਰਨਾ ਹੈ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਪ੍ਰੋਫਾਈਲ ਦੇ ਵਿੱਚ ਅਸੀਂ ਚੈੱਕ ਕਰਨੀਆਂ ਹੁੰਦੀਆਂ। ਸੋ ਮੇਕ ਸ਼ੋਰ ਕਰੋ ਜੇ ਤੁਹਾਡਾ ਰਿਫਿਊਜ਼ਲ ਕਿੱਥੋਂ ਵੀ ਆ ਚੁੱਕਿਆ, ਇਟਸ ਨਾਟ ਡਜ਼ਨਟ ਮੈਟਰ ਕਿ ਤੁਹਾਡਾ ਵੀਜ਼ਾ ਰਿਫਿਊਜ਼ ਕਿਸੇ ਹੋਰ ਕੰਪਨੀ ਤੋਂ ਹੋਇਆ। ਇੱਕ ਵਾਰੀ ਲੈਂਡਮਾਰਕ ਇਮੀਗ੍ਰੇਸ਼ਨ ਦੇ ਵਿੱਚ ਆ ਕੇ ਆਪਣੀ ਫ੍ਰੀ ਆਫ ਕਾਸਟ ਪ੍ਰੋਫਾਈਲਿੰਗ ਕਰਵਾਓ, ਆਪਣੇ ਬਾਰੇ ਸੁਣੋ ਕਿ ਸਾਡੀ ਐਕਸਪਰਟਾਈਜ਼ ਕੀ ਕਹਿੰਦੀਆਂ ਨੇ, ਸਾਡੀ ਟੀਮ ਦੇ ਵਿਚਾਰ ਕੀ ਨੇ ਤੁਹਾਡੀ ਪ੍ਰੋਫਾਈਲ ਦੇ ਬਾਰੇ। ਉਹਨੂੰ ਦੇਖਣ ਤੋਂ ਬਾਅਦ ਕੋਈ ਸੈਕਿੰਡ ਅਟੈਂਪਟ ਦਾ ਡਿਸੀਜ਼ਨ ਲਓ। ਇਹ ਨਹੀਂ ਰਾਦਰ ਦੈਨ ਕਿ ਤੁਹਾਨੂੰ ਕਿਸੇ ਨੇ ਸੁਜੈਸਟ ਕੀਤਾ ਔਰ ਤੁਹਾਡਾ ਰਿਫਿਊਜ਼ਲ ਆ ਗਿਆ ਔਰ ਦੂਸਰੀ ਵਾਰ ਫਿਰ ਤੁਸੀਂ ਵਿਦਾਊਟ ਐਨੀ ਚੈਕਿੰਗ ਤੁਸੀਂ ਫਿਰ ਰੀਫਾਈਲ ਕਰ ਦਿੱਤਾ ਕੇਸ ਨੂੰ ਔਰ ਫਿਰ ਰਿਫਿਊਜ਼ਲ ਲੈ ਲਿਆ। ਸੋ ਉਹਨੂੰ ਨਾ ਕਰੋ। ਇੱਕ ਵਾਰੀ ਡਿਸਕਸ਼ਨ ਲਈ ਜ਼ਰੂਰ ਆਓ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਅਗਰ ਪ੍ਰੋਫਾਈਲ ਡਿਸਕਸ ਕਰੋਗੇ ਤਾਂ ਹੋ ਸਕਦਾ ਅਸੀਂ ਤੁਹਾਨੂੰ ਕੋਈ ਬੈਸਟ ਸੋਲਿਊਸ਼ਨ ਦੇ ਪਾਈਏ। ਤੇ ਸਾਨੂੰ ਲੱਗੂਗਾ ਕਿ ਤੁਸੀਂ ਉੱਥੋਂ ਹੀ ਅਪਲਾਈ ਕਰੋ, ਰੀਫਾਈਲ ਕਰ ਦਿਓ। ਅਸੀਂ ਤੁਹਾਨੂੰ ਆਪ ਕਹਾਂਗੇ ਜਿਹੜੇ ਕੰਸਲਟੈਂਟ ਤੁਸੀਂ ਫਾਈਲ ਕੀਤਾ ਸੀ ਉੱਥੋਂ ਹੀ ਤੁਸੀਂ ਰੀਫਾਈਲ ਕਰ ਦਿਓ। ਬਿਲਕੁਲ, ਤੇ ਇੱਕ ਟਰਾਂਸਪੇਰੈਂਸੀ ਨਾਲ ਮੈਂ ਪਹਿਲਾਂ ਵੀ ਦੱਸਿਆ ਸੀ ਤੁਹਾਨੂੰ ਚੱਲਦੇ ਹੈਗੇ ਨੇ। ਸੋ ਇੱਕ ਵਾਰ ਟਰਾਈ ਜ਼ਰੂਰ ਕਰਿਓ ਇੱਥੇ ਆ ਕੇ। ਕੁਝ ਬ੍ਰਾਈਟ ਸਟੂਡੈਂਟਸ ਵੀ ਹੁੰਦੇ ਨੇ ਜਿਨ੍ਹਾਂ ਨੂੰ ਆਪਣੇ ਟੈਲੈਂਟ 'ਤੇ ਭਰੋਸਾ ਹੁੰਦਾ ਕਿ ਮੈਂ ਕਰ ਲਾਂਗਾ, ਮੇਰੇ ਅੱਛੇ ਬੈਂਡਸ ਵੀ ਆ ਜਾਣਗੇ, ਮੇਰੀ ਇੰਗਲਿਸ਼ ਅੱਛੀ ਹੈਗੀ ਆ। ਕਿਆ ਕੋਈ ਸਕਾਲਰਸ਼ਿਪ ਪਲਾਨਸ ਹੈਗੇ ਉਹਨਾਂ ਦੇ ਲਈ? ਬਿਲਕੁਲ, ਸਕਾਲਰਸ਼ਿਪ ਪਲਾਨਸ ਹੈ, ਬਰਸਰੀਜ਼ ਹੈ, ਫ੍ਰੀ ਆਫਰਸ ਹੈਗੀਆਂ ਨੇ। ਬਹੁਤ ਸਾਰਾ ਕੈਨੇਡੀਅਨ ਇੰਸਟੀਟਿਊਸ਼ਨਸ ਅੱਜ ਕੱਲ੍ਹ ਕਰ ਰਹੇ ਨੇ। ਸੋ ਉੱਥੇ ਹੀ ਕਈ ਜਿਹੜੇ ਸਕਾਲਰਸ਼ਿਪਸ ਹੈਗੀਆਂ ਨੇ, ਦੇ ਆਰ ਟੋਟਲੀ ਬੇਸਡ ਔਨ ਦਾ ਬੈਂਡ ਸਕੋਰਸ, ਆਇਲਸ ਬੈਂਡ ਸਕੋਰਸ। ਜੇ ਤੁਹਾਡੇ ਕੋਲ 7.5 ਹੈ ਤਾਂ ਹੋ ਸਕਦਾ $1,500 ਦੀ ਸਕਾਲਰਸ਼ਿਪ ਮਿਲੇ। 7 ਬੈਂਡ ਹੈ ਤਾਂ ਯੂਲ ਗੈਟ $1,000, 6.5 ਹੈ ਤਾਂ ਯੂਲ ਗੈਟ $500 ਸਕਾਲਰਸ਼ਿਪ। ਉੱਥੇ ਕਈ ਕਾਲਜ ਹੈ ਜਿੱਥੇ ਯੂਨੀਵਰਸਿਟੀਆਂ ਨੇ ਜਿਹੜੀ $2,000 ਦੀ ਸਕਾਲਰਸ਼ਿਪ ਕੁਝ ਚੁਣਿੰਦਾ ਪ੍ਰੋਗਰਾਮਸ ਲਈ ਦੇ ਰਹੀਆਂ ਨੇ। ਔਰ ਕੁਝ ਜਿਵੇਂ ਲੈਂਪਟਨ ਕਾਲਜ ਦੀ ਗੱਲ ਕਰਾਂ, ਹੁਣ ਰੀਸੈਂਟ ਨਿਊਜ਼ ਆਈ ਹੈ ਕਿ $3,000 ਦੀ ਸਕਾਲਰਸ਼ਿਪ ਬਥੇਰੇ ਪ੍ਰੋਗਰਾਮਸ ਦੇ ਵਿੱਚ ਹੈਗੀ ਆ। UCW ਦੀ ਗੱਲ ਕਰਾਂ, $2,000 ਤੋਂ ਸ਼ੁਰੂ ਹੋ ਕੇ $20,000 ਤੱਕ ਸਕਾਲਰਸ਼ਿਪ ਦਿੰਦੇ ਆ ਬੇਸਡ ਔਨ ਦਾ ਐਕੈਡੈਮਿਕਸ, ਤੁਹਾਡੇ ਐਕੈਡਮਿਕਸ ਕੀ ਕਹਿੰਦੇ ਨੇ। ਸੋ ਬਹੁਤ ਸਾਰੇ ਤਰ੍ਹਾਂ ਦੀਆਂ ਸਕਾਲਰਸ਼ਿਪਸ ਚੱਲਦੀਆਂ ਨੇ, ਬਸ਼ਰਤੇ ਕਿ ਤੁਸੀਂ ਉਸ ਸਕਾਲਰਸ਼ਿਪ ਦੇ ਕ੍ਰਾਈਟੇਰੀਆ 'ਚ ਫਾਲ ਕਰ ਰਹੇ ਹੋ, ਤੁਸੀਂ ਉਹਨੂੰ ਪੂਰਾ ਕਰ ਰਹੇ ਹੋ ਤਾਂ ਡੈਫੀਨੇਟਲੀ ਯੂ ਵਿਲ ਗੈਟ ਅ ਸਕਾਲਰਸ਼ਿਪ। ਐਂਡ ਲੈਂਡਮਾਰਕ ਇਮੀਗ੍ਰੇਸ਼ਨ ਇਜ਼ ਅ ਰਨਾਊਂਡ ਕੰਪਨੀ ਟੂ ਗੈਟ ਅ ਮੈਕਸਿਮਮ ਸਕਾਲਰਸ਼ਿਪ ਫॉर देयर ਸਟੂਡੈਂਟਸ। ਸੋ ਸਾਡੇ ਕੋਲ ਸਾਡਾ ਮਕਸਦ ਉਹ ਸਕਾਲਰਸ਼ਿਪ ਆਪਣੀ ਜੇਬ 'ਚ ਪਾਉਣਾ ਨਹੀਂ ਹੈ। ਸਾਡਾ ਮਕਸਦ ਉਹ ਸਕਾਲਰਸ਼ਿਪ ਬੜੇ ਹੀ ਟਰਾਂਸਪੇਰੈਂਟ ਵੇਅ ਦੇ ਨਾਲ ਤੁਹਾਡੇ ਨਾਲ ਸਾਂਝੀ ਕਰਨਾ ਹੈ। ਉਹ ਤੁਹਾਡੇ ਬੇਸ ਦੇ ਉੱਤੇ ਹੈ, ਅਸੀਂ ਸਿਰਫ ਜ਼ਰੀਆ ਹੈਗੇ ਹਾਂ। ਅਸੀਂ ਤੁਹਾਨੂੰ ਲੈ ਕੇ ਦੇਵਾਂਗੇ ਮੈਕਸਿਮਮ ਸਕਾਲਰਸ਼ਿਪਸ। ਅਗਰ ਤੁਸੀਂ ਐਲੀਜੀਬਲ ਹੋ ਜੈਨੂਅਨ ਤਰੀਕੇ ਦੇ ਨਾਲ, ਸਿਰਫ ਇਹ ਨਹੀਂ ਕਹਾਂਗਾ ਕਿ ਜਾ ਕੇ ਮਿਲ ਜਾਏਗੀ ਸਕਾਲਰਸ਼ਿਪ, ਜਾ ਕੇ ਕੁਛ ਨਹੀਂ ਮਿਲੇਗਾ। ਜੇ ਤੁਹਾਨੂੰ ਕੋਈ ਕਮਿਟ ਕਰ ਰਿਹਾ ਵਾ ਸਕਾਲਰਸ਼ਿਪ, ਤੇ ਇੱਥੇ ਹੀ
ਜਾਂ ਤਾਂ ਉਹਦਾ ਪ੍ਰਮਾਣ ਪੱਤਰ ਹੋਵੇ ਕਿ ਤੁਹਾਨੂੰ ਦੂਜੇ ਸਮੈਸਟਰ 'ਚ ਮਿਲੇਗਾ, ਤੀਜੇ 'ਚ ਮਿਲੇਗਾ, ਚੌਥੇ 'ਚ ਮਿਲੇਗਾ ਜਾਂ ਪਹਿਲੇ 'ਚ ਮਿਲੇਗਾ, ਉਹ ਲੈਟਰ ਜ਼ਰੂਰ ਚਾਹੀਦੀ ਹੈ ਤੁਹਾਨੂੰ ਜੇ ਤੁਸੀਂ ਜੈਨੂਅਨ ਰੱਖਣਾ ਚਾਹੁੰਦੇ ਹੋ ਡੀਲਿੰਗ। ਸੋ ਇਹ ਚੀਜ਼ ਦਾ ਧਿਆਨ ਰੱਖਣਾ ਹੈ। ਔਰ ਪਲੱਸ ਤੁਸੀਂ ਜਦੋਂ ਕੋਈ ਵੀ ਤੁਸੀਂ ਸਕਾਲਰਸ਼ਿਪ ਲੈਂਦੇ ਹੋ ਇਹ ਫੈਕਟ ਕਰਦੀ ਹੈ ਤੁਹਾਡੇ ਵੀਜ਼ਾ ਨੂੰ ਲੈ ਕੇ ਵੀ, ਵੀਜ਼ਾ ਚਾਂਸਸ ਵੀ ਵੱਧਦੇ ਆ ਇਫ ਯੂ ਆਰ ਗੈਟਿੰਗ ਸਕਾਲਰਸ਼ਿਪ। ਮੈਨੂੰ ਯਾਦ ਆ ਮੈਂ ਹੁਣੇ ਇੱਕ ਲਾਈਵ ਸ਼ੋਅ 'ਚ ਸੀਗਾ ਐਂਡ ਸਟੂਡੈਂਟ ਇਜ਼ देयर 7 ਬੈਂਡ ਹੈ 93.8% ਇਨ ਕਾਮਰਸ ਐਂਡ ਮੈਨੂੰ 100% ਹੈ ਕਿ ਮੈਂ ਉਹਨੂੰ ਗਰੰਟੀ ਕਰ ਸਕਦਾ ਕਿ $10,000 ਦੀ ਸਕਾਲਰਸ਼ਿਪ ਘੱਟੋ ਘੱਟ ਮਿਲੇਗੀ ਅਗਰ ਇੱਕ ਯੂਨੀਵਰਸਿਟੀ 'ਚ ਜਾਂਦੀ ਹੈ। ਅਗਰ 4 ਸਾਲ ਦੇ ਪ੍ਰੋਗਰਾਮ 'ਚ ਜਾਂਦੀ ਹੈ ਤਾਂ $20,000 ਦੀ ਸਕਾਲਰਸ਼ਿਪ ਮਿਲੇਗੀ। ਔਰ ਇੱਕ ਹੋਰ ਯੂਨੀਵਰਸਿਟੀ ਹੈਗੀ ਹੈ ਉੱਥੇ ਹੀ, ਜੇ ਉਹ 4 ਸਾਲ ਦੇ ਪ੍ਰੋਗਰਾਮ ਲਈ ਜਾਣਗੇ ਤੇ $60,000 ਦੀ ਸਕਾਲਰਸ਼ਿਪ ਮਿਲੇਗੀ, $60,000। ਸੋ ਮੈਨੂੰ ਲੱਗਦਾ ਹੈ ਜੇ $1,00,000 1 ਲੱਖ ਡਾਲਰ ਸਾਲ ਦੀ ਫੀਸ ਵੀ ਹੋਈ 4 ਸਾਲਾਂ ਦੀ ਯੂਨੀਵਰਸਿਟੀ ਦੀ 4 ਸਾਲ ਦੀ, ਤੇ ਉਹਨਾਂ ਦੀ ਫੀਸ ਸਿਰਫ $40,000 ਰਹਿ ਜਾਏਗੀ। ਟੌਪ ਰਿਸਰਚ ਯੂਨੀਵਰਸਿਟੀ ਦੀ ਗੱਲ ਕਰ ਰਿਹਾ ਮੈਂ। ਸੋ ਬਹੁਤ ਸਾਰੇ ਤਰ੍ਹਾਂ ਦੇ ਬੈਨੀਫਿਟਸ ਨੇ ਜਿਹੜੇ ਸਟੂਡੈਂਟ ਨੂੰ ਮਿਲ ਸਕਦੇ ਆ ਐਂਡ ਲੈਂਡਮਾਰਕ ਇਮੀਗ੍ਰੇਸ਼ਨ ਹਮੇਸ਼ਾ ਤਤਪਰ ਹੈ ਇਹੋ ਜਿਹੇ ਸਕਾਲਰਸ਼ਿਪਸ ਬਰਸਰੀ ਦੇ ਲਈ, ਕਿਉਂਕਿ ਅਸੀਂ ਚਾਹੁੰਦੇ ਹਾਂ ਸਟੂਡੈਂਟ ਅਗਰ ਡਿਜ਼ਰਵਿੰਗ ਹੈਗਾ ਹੈ ਤੇ ਉਹਨੂੰ ਉਹਦੀ ਚੀਜ਼ ਮਿਲਣੀ ਚਾਹੀਦੀ ਹੈ ਜਿਹੜੀ ਉਹਦੀ ਕਾਬਲੀਅਤ ਦੇ ਅਕੋਰਡਿੰਗ ਹੈ, ਉਹਨੂੰ ਬਿਲਕੁਲ ਸਕਾਲਰਸ਼ਿਪਸ ਮਿਲਣੀਆਂ ਚਾਹੀਦੀਆਂ ਨੇ। ਡੈਫੀਨੇਟਲੀ ਜਿੱਦਾਂ ਤੁਸੀਂ ਗੱਲ ਕੀਤੀ ਸਕਾਲਰਸ਼ਿਪਸ ਦੀ ਜਾਂ ਡਿਜ਼ਰਵਿੰਗ ਜਿਹੜੇ ਕੈਂਡੀਡੇਟ ਹੁੰਦੇ ਨੇ ਬਈ ਇੱਦਾਂ ਸਾਡੇ ਪੰਜਾਬ ਦੀ ਮੈਂ ਗੱਲ ਕਰਾਂ ਜਾਂ ਸਾਡੇ ਇੰਡੀਆ ਦੀ ਗੱਲ ਕਰਾਂ ਇੱਥੇ ਬਹੁਤ ਸਾਰੇ ਪਲੇਅਰਸ ਵੀ ਨੇ, ਅੱਛੇ ਪਲੇਅਰਸ ਨੇ। ਜੇ ਕੋਈ ਪਲੇਅਰ ਹੈਗਾ ਹੈ ਹੋਰ ਉਹ ਸਟੱਡੀ ਵੀ ਕਰਨਾ ਚਾਹੁੰਦਾ ਹੈ ਤੇ ਉਹ ਆਪਣੀ ਗੇਮ ਵੀ ਕੰਟੀਨਿਊ ਕਰਨਾ ਚਾਹੁੰਦਾ ਹੈ, ਇੱਦਾਂ ਦੇ ਵੀ ਕੇਸਿਸ ਆਉਂਦੇ ਨੇ ਕਿ ਉੱਥੇ ਜਾ ਕੇ ਆਪਣੀ ਗੇਮ ਕੰਟੀਨਿਊ ਕਰ ਸਕਦੇ ਨੇ? ਬਿਲਕੁਲ ਕਰ ਸਕਦੇ ਨੇ, ਡਿਪੈਂਡ ਕਰਦਾ ਬਟ ਉਸ ਕਾਲਜ ਦੇ ਵਿੱਚ ਉਹ ਗੇਮ ਅਵੇਲੇਬਲ ਹੋਣੀ ਚਾਹੀਦੀ ਹੈ। ਸੋ ਇਹ ਚੀਜ਼ ਨੂੰ ਜ਼ਰੂਰ ਚੈੱਕ ਕਰ ਲਓ। ਜੇ ਤੁਸੀਂ ਪਸੰਦੀਦਾ ਤੁਹਾਡੀ ਕ੍ਰਿਕਟ ਹੈ ਤੁਸੀਂ ਉਹਨੂੰ ਚੈੱਕ ਕਰ ਲਓ ਕਿ ਕਾਲਜ ਦੀ ਗੇਮ ਹੈਗੀ ਵੀ ਹੈ, ਟੀਮ ਹੈਗੀ ਵੀ ਹੈ। ਸੌਕਰ ਖੇਡਦੇ ਹੋ ਤਾਂ ਵੀ ਤੁਸੀਂ ਵੇਖ ਸਕਦੇ ਹੋ, ਆਈਸ ਹਾਕੀ, ਬਹੁਤ ਸਾਰੀਆਂ ਗੇਮਸ ਹੈ ਜਿਹੜੀਆਂ ਮੈਨੂੰ ਲੱਗਦਾ ਅਸੀਂ ਵੀ ਨਹੀਂ ਖੇਡਦੇ ਹੋਣੇ ਬਟ ਉੱਥੇ ਹੈਗੀਆਂ ਨੇ, ਪ੍ਰਚਲਿਤ ਨੇ। ਸੋ ਮੈਨੂੰ ਲੱਗਦਾ ਇਹ ਸੀਰੀਜ਼ ਜ਼ਰੂਰ ਚੈੱਕ ਕਰ ਲੈਣਾ। ਬਟ ਮੇਰੇ ਕਈ ਸਟੂਡੈਂਟ ਇੱਦਾਂ ਦੇ ਨੇ ਜਿਹੜੇ ਅੱਜ ਵੱਖ-ਵੱਖ ਟੀਮਾਂ ਦੇ ਵਿੱਚ ਉੱਥੇ ਖੇਡ ਰਹੇ ਨੇ ਔਰ ਵਧੀਆ ਨਾਮ ਵੀ ਕਮਾ ਰਹੇ ਨੇ, ਕਿਉਂਕਿ ਮਿਹਨਤ ਹਰ ਚੀਜ਼ ਮੰਗਦੀ ਹੈ। ਮੈਂ ਤੁਹਾਨੂੰ ਇਹੀ ਕਹੂੰਗਾ ਤੁਸੀਂ ਆਪਣਾ ਸਪੋਰਟਸ ਵੱਲ ਵੀ ਧਿਆਨ ਜ਼ਰੂਰ ਰੱਖਣਾ ਬਟ ਆਪਣੀ ਸਟੱਡੀਜ਼, ਕਿਉਂਕਿ ਪੇਰੈਂਟਸ ਜਿਹੜੇ ਲੱਖਾਂ ਰੁਪਈਆ ਤੁਹਾਡੀ ਸਟੱਡੀਜ਼ 'ਤੇ ਲਾ ਰਹੇ ਨੇ, ਉਹਨੂੰ ਵੀ ਆਪਾਂ ਕੰਪਲੀਟ ਕਰਨਾ ਟੂ ਗੈਟ ਅ ਗੁੱਡ ਜੌਬ। ਔਰ ਭਾਵੇਂ ਫਿਰ ਜੌਬ ਨਹੀਂ ਕਰਨੀ, ਫਿਊਚਰ ਸਪੋਰਟਸਮੈਨ ਬਣਨਾ ਹੈ ਬਟ ਐਜੂਕੇਸ਼ਨ ਵੀ ਹੋਣੀ ਨਾਲ ਜ਼ਰੂਰੀ ਹੈ। ਜੇ ਤੁਹਾਡੇ ਕੋਲ ਐਜੂਕੇਸ਼ਨ ਵੀ ਹੋਏਗੀ ਤੁਸੀਂ ਸਪੋਰਟਸਮੈਨ ਵੀ ਹੋਵੋਗੇ ਤਾਂ ਕੋਈ ਬੁਰਾਈ ਵਾਲੀ ਗੱਲ ਨਹੀਂ ਹੈ। ਜੇ ਬਾਈ ਚਾਂਸ ਸਪੋਰਟਸਮੈਨ ਵੀ ਨਾ ਬਣੇ ਔਰ ਐਜੂਕੇਸ਼ਨ ਵੱਲ ਵੀ ਧਿਆਨ ਨਾ ਗਿਆ ਫਿਰ ਉਸ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ। ਸੋ ਮੈਂ ਚਾਹੂੰਗਾ ਕਿ ਤੁਸੀਂ ਆਪਣੇ ਸਪੋਰਟਸ ਵੱਲ ਵੀ ਧਿਆਨ ਦਿਓ, ਡੈਡੀਕੇਟਡਲੀ ਕਰੋ ਬਟ ਆਪਣੀ ਸਟੱਡੀ ਨੂੰ ਵੀ ਐਟਲੀਸਟ ਕੰਪਲੀਟ ਕਰੋ ਤਾਂ ਕਿ ਤੁਹਾਨੂੰ ਫੋਰਨ 'ਚ ਜਾ ਕੇ, ਕਿਉਂਕਿ ਬਹੁਤ ਜ਼ਰੂਰੀ ਹੈ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਟੂ ਸੈਟਲ ਡਾਊਨ ਯੂਰ ਥਿੰਗਸ ਆਲ ਦਾ ਥਿੰਗਸ। ਤਾਂ ਮੈਨੂੰ ਲੱਗਦਾ ਉਹ ਵੀ ਜ਼ਰੂਰੀ ਹੈ ਔਰ ਨਾਲ ਪੜ੍ਹਾਈ ਵੀ ਜ਼ਰੂਰੀ ਹੈ, ਉਹਦੇ ਨਾਲ ਪੇਰੈਂਟਸ ਵੀ ਜ਼ਰੂਰੀ ਹੈ, ਪੈਸਾ ਵੀ ਜ਼ਰੂਰੀ ਹੈ, ਹਰ ਚੀਜ਼ ਚਾਹੀਦੀ ਹੈ। ਤਾਂ ਸਿਸਟਮੈਟਿਕਲੀ ਚੱਲੋ, ਆਈ ਥਿੰਕ ਤਾਂ ਹੀ ਬੈਸਟ ਰਹੇਗਾ। ਰਾਈਟ, ਤੇ ਜੋ ਵੀ ਕਰੋ ਸ਼ਿੱਦਤ ਨਾਲ ਕਰੋ, ਇਹਨਾਂ ਦੇ ਕਹਿਣ ਦਾ ਇਹ ਮਤਲਬ ਜੀ। ਤੇ ਆਪਣਾ ਗੋਲ ਨਹੀਂ ਭੁੱਲਣਾ ਚਾਹੀਦਾ। ਜੇ ਆਪਾਂ ਸਟੱਡੀ ਕਰਨ ਗਏ ਹਾਂ ਤਾਂ ਸਟੱਡੀ ਨੂੰ ਆਪਾਂ ਕਿਤੇ ਵੀ ਦਰਕਿਨਾਰ ਨਹੀਂ ਕਰ ਸਕਦੇ। ਗੁਰਪ੍ਰੀਤ ਜੀ, ਬੜੇ ਸਾਰੇ ਕੇਸਿਸ ਇੱਦਾਂ ਵੀ ਦੇਖੇ ਗਏ ਨੇ ਕਿ ਉੱਥੇ ਜਾ ਕੇ ਇੱਥੋਂ ਤੋਂ ਜਾ ਰਹੇ ਨੇ ਸਟੱਡੀ ਵੀਜ਼ਾ ਤੇ ਪੜ੍ਹਾਈ ਵਿੱਚ ਛੱਡ ਦਿੱਤੀ ਹੈਗੀ ਹੈ। ਉਹਨਾਂ ਦੇ ਉਸ ਕੇਸ ਦੇ ਵਿੱਚ ਕੀ ਅੱਗੇ ਡਰਾਬੈਕਸ ਹੋ ਸਕਦੇ ਨੇ, ਕੀ ਪ੍ਰੋਬਲਮ ਸਟੂਡੈਂਟ ਫੇਸ ਕਰ ਸਕਦਾ ਹੈਗਾ? ਦੇਖੋ, ਸਟੱਡੀ ਡ੍ਰੌਪ ਕਰ ਦਿੱਤੀ ਹੈ ਤੇ ਤੁਹਾਨੂੰ ਇੱਕ ਜੈਨੂਅਲੀ ਟਾਈਮ ਮਿਲਦਾ, ਤੁਸੀਂ ਕਾਲਜ ਸ਼ਿਫਟ ਕਰ ਰਹੇ ਹੋ ਤਾਂ 150 ਦਿਨ ਤੋਂ ਉੱਤੇ ਦਾ ਗੈਪ ਨਹੀਂ ਹੋਣਾ ਚਾਹੀਦਾ। ਸੋ ਉਹ ਚੀਜ਼ ਦਾ ਧਿਆਨ ਰੱਖਣਾ। ਉਸ ਤੋਂ ਪਹਿਲਾਂ ਤੁਹਾਨੂੰ ਯੂ ਹੈਵ ਟੂ ਕੰਟੀਨਿਊ ਯੂਰ ਸਟੱਡੀਜ਼, ਅਦਰਵਾਈਜ਼ ਡ੍ਰੌਪਬੈਕ ਕੀ ਹੋਏਗਾ, ਵਰਕ ਪਰਮਿਟ ਨਹੀਂ ਮਿਲੇਗਾ, ਵਾਪਸ ਆਉਣਾ ਪਏਗਾ, ਲੱਖਾਂ ਰੁਪਏ ਖਰਾਬ ਹੋ ਸਕਦਾ ਵਾ। ਇਹ ਡ੍ਰੌਪਬੈਕਸ ਹੋਣਗੇ। ਸੋ ਮੈਨੂੰ ਲੱਗਦਾ ਹੈ ਕਿ ਜਿਹੜੇ ਸਟੂਡੈਂਟ ਸਮਝਦੇ ਆ ਕਿ ਪੇਰੈਂਟਸ ਨੇ ਕਿਵੇਂ ਕੀਤੀ ਹੋਈ ਕਮਾਈ ਉਹ ਕਿਵੇਂ ਉਡਾ ਰਹੇ ਨੇ, ਉਹ ਬਿਲਕੁਲ ਨਹੀਂ ਰੋਣਗੇ। ਮੈਨੂੰ ਪਤਾ ਮੇਰੇ ਪੰਜਾਬੀ ਸਟੂਡੈਂਟ ਬਹੁਤ ਸਮਝਦਾਰ ਨੇ, ਚਾਹੇ ਭਾਵੇਂ ਖਰਚੀਲੇ ਵੀ ਹੋਣ ਬਟ ਉਹਨਾਂ ਨੂੰ ਪਤਾ ਵਾ ਕਿ ਉਹਨਾਂ ਦੇ ਮਾਂ-ਬਾਪ ਜਿਹੜੇ ਆ ਕਿਵੇਂ ਪੈਸਾ ਜੋੜ ਕੇ ਉਹਨਾਂ ਨੂੰ ਬਾਹਰ ਭੇਜ ਰਹੇ ਆ। ਕਈ ਸਟੂਡੈਂਟ ਹੋਣਗੇ ਜਿਹੜੇ ਐਗਰੀਕਲਚਰ ਤੋਂ ਬਿਲੋਂਗ ਕਰਦੇ ਨੇ, ਉਹਨਾਂ ਦੇ ਪੇਰੈਂਟਸ ਜਿਹੜੇ ਐਗਰੀਕਲਚਰਿਸਟ ਨੇ, ਕਈ ਗਵਰਨਮੈਂਟ ਜੌਬ ਵਾਲੇ ਵੀ ਹੈ ਬਟ ਅੱਜ ਦੀ ਡੇਟ ਸਾਰੇ ਪੂਰੇ ਸੋ ਰਹੀ ਆਪਾਂ। ਔਰ ਮੈਨੂੰ ਲੱਗਦਾ ਕਿ ਇੰਨੇ ਵੱਡੇ ਤੌਰ 'ਤੇ ਬਿਜ਼ਨਸ ਵੀ ਨਹੀਂ ਹਲੇ ਔਨ ਹੋਏ ਹੈਗੇ। ਬਹੁਤ ਸਾਰੀਆਂ ਚੀਜ਼ਾਂ ਨੇ ਬਿਲਕੁਲ ਸਟਾਪ। ਮੈਨੂੰ ਯਾਦ ਹੈ ਪਰਸੋਂ ਮੈਂ ਇੱਕ ਸਟੂਡੈਂਟ ਨੂੰ ਮਿਲਿਆ, ਉਹਦੇ ਫਾਦਰ ਸਾਹਿਬ ਦਾ ਫੋਟੋਗ੍ਰਾਫਰੀ ਦਾ ਕੰਮ ਹੈ, ਬਿਲਕੁਲ ਡਾਊਨ ਹੈ। ਸੋ ਮਤਲਬ ਹਰ ਪ੍ਰੋਫੈਸ਼ਨ ਦੇ ਵਿੱਚ ਕਿਤੇ ਨਾ ਕਿਤੇ ਇਸ ਟਾਈਮ ਦਿੱਕਤ ਚੱਲ ਰਹੀ ਹੈ। ਮੈਂ ਨਹੀਂ ਠੀਕ ਸਮਝਦਾ ਕਿ ਤੁਸੀਂ ਕੋਈ ਵੀ ਪੈਸਾ ਜ਼ਾਇਆ ਕਰੋ ਤੇ ਬੜੇ ਹੀ ਧਿਆਨ ਨਾਲ ਚੱਲੋ। ਔਰ ਅੱਗੇ ਜਾ ਕੇ ਜ਼ਿੰਦਗੀ ਭਰ ਜਿਹੜੀ ਹੈ ਉਹ ਐਸ਼ ਹੀ ਹੈ। ਅੱਗੇ ਜ਼ਿੰਦਗੀ ਭਰ ਜਦੋਂ ਤੁਸੀਂ ਪੜ੍ਹ ਲਏ, ਸਾਰਾ ਕੰਪਲੀਟ ਕਰ ਲਿਆ, ਫਿਰ ਤੁਹਾਡਾ ਮਰਜ਼ੀ ਦੇ ਮਾਲਕ ਹੋ ਤੁਸੀਂ, ਤੁਹਾਡੇ ਡਾਲਰ ਹੋਣੇ ਆ, ਤੁਸੀਂ ਜਿੱਥੇ ਚਾਹੋ ਉੱਥੇ ਉਡਾ ਸਕਦੇ ਹੋ ਬਟ ਇਨੀਸ਼ੀਅਲ ਸਟੇਜ ਤੇ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਸੋਚਣ ਦੀ ਜ਼ਰੂਰਤ ਹੈ। ਡੈਫੀਨੇਟਲੀ ਪੁੱਛਣਾ ਤਾਂ ਮੈਂ ਬਹੁਤ ਕੁਝ ਚਾਹੁੰਦੀ ਹਾਂ ਬਟ ਸਮਾਂ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ ਹੈ।
ਮੈਂ ਸਾਰੇ ਸਰੋਤਿਆਂ ਨੂੰ ਦੱਸ ਦੇਵਾਂ ਕਿ ਟੀਵੀ ਸਕਰੀਨਸ ਦੇ ਉੱਤੇ ਤੁਹਾਡੇ ਇਹਨਾਂ ਦੇ ਨੰਬਰ ਫਲੈਸ਼ ਹੁੰਦੇ ਪਏ ਨੇ, ਉਹ ਨੰਬਰ ਜ਼ਰੂਰ ਨੋਟ ਕਰ ਲਿਆ ਕਰੋ, ਕਿਉਂਕਿ ਮੁੜ ਕੇ ਜਦ ਸ਼ੋਅ ਖਤਮ ਹੋ ਜਾਊਗਾ ਤੁਹਾਨੂੰ ਉਹ ਨੰਬਰਸ ਕਾਫੀ ਹੈਲਪ ਕਰਨ ਵਾਲੇ ਨੇ। ਤੇ ਸਰ ਇੱਕ ਹੋਰ ਚੀਜ਼ ਦੱਸੋ, ਕਈ ਲੋਕ ਇੱਦਾਂ ਹੁੰਦੇ ਨੇ ਕਿ ਫੋਨ ਤੇ ਨਹੀਂ ਮਿਲ ਕੇ ਤੁਹਾਨੂੰ ਪਰਸਨਲੀ ਗੱਲ ਕਰਨਾ ਚਾਹੁੰਦੇ, ਤੁਸੀਂ ਕਿੱਦਾਂ ਅਵੇਲੇਬਲ ਹੋ, ਕਿਹੜੀ ਜਗ੍ਹਾ ਤੇ ਤੁਸੀਂ ਅਵੇਲੇਬਲ ਰਹਿ ਸਕਦੇ ਹੋ ਬੱਚਿਆਂ ਦੇ ਲਈ? ਦੇਖੋ ਮੇਰੀ ਅਵੇਲੇਬਿਲਿਟੀ ਬੜਾ ਹੀ ਫਲੈਕਸੀਬਿਲਿਟੀ ਹੈ ਮੇਰੇ, ਮੈਂ ਕਦੀ ਕਿਸੇ ਵੀ ਆਫਿਸ ਪਹੁੰਚ ਜਾਣਾ ਵਾ। ਤੋ ਜੇ ਮੇਰੀ ਤੁਸੀਂ ਅਵੇਲੇਬਿਲਿਟੀ ਜਾਣਨਾ ਚਾਹੁੰਦੇ ਹੋ ਤੇ 9041390412 ਤੇ ਕਾਲ ਕਰਕੇ ਤੁਸੀਂ ਅਵੇਲੇਬਿਲਿਟੀ ਚੈੱਕ ਕਰ ਸਕਦੇ ਹੋ। ਜਿਵੇਂ ਕਿ ਹੁਣ ਮੇਰਾ ਅੱਗੇ ਦਾ ਰੂਟੀਨ ਆ, ਮੈਂ ਮੋਗਾ ਦਫ਼ਤਰ ਵੀ ਵਿਜ਼ਿਟ ਕਰ ਰਿਹਾ ਵਾਂ। ਮੈਂ ਤੁਹਾਨੂੰ ਡੇਟਸ ਇਸ ਲਈ ਨਹੀਂ ਬੋਲ ਰਿਹਾ, ਆਈ ਐਮ ਨੋਟ ਸ਼ੋਰ ਕਿ ਇਹ ਸ਼ੋਅ ਕਦੋਂ ਔਨ 에ਅਰ ਹੋਏਗਾ ਤੁਹਾਡੇ ਸਾਹਮਣੇ, ਸੋ ਆਈ ਐਮ ਨੋਟ ਸੇਇੰਗ ਕਿ ਡੇਟਸ ਮੈਂ ਕਦੋਂ ਜਾ ਰਿਹਾ ਵਾਂ, ਬਟ ਮੈਂ ਮੋਗਾ ਦਫ਼ਤਰ, ਜਲੰਧਰ ਦਫ਼ਤਰ, ਅੰਮ੍ਰਿਤਸਰ, ਲੁਧਿਆਣਾ ਦਫ਼ਤਰ ਕੰਟੀਨਿਊਸ ਵਿਜ਼ਿਟ ਕਰਦਾ ਰਹਿੰਦਾ ਵਾਂ। ਸੋ ਕਦੀ ਵੀ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ, ਪਰਸਨਲੀ ਮਿਲਣਾ ਚਾਹੁੰਦੇ ਹੋ, ਟੇਕ ਏ ਅਪੁਆਇੰਟਮੈਂਟ, ਬੁੱਕ ਕਰ ਲਓ। ਮੈਂ ਅਪੁਆਇੰਟਮੈਂਟ ਸ਼ਬਦ ਇਸ ਲਈ ਬੋਲਦਾ ਵਾਂ ਕਿਉਂਕਿ ਮੈਂ ਚਾਹੁੰਦਾ ਵਾਂ ਕਿ ਜਦੋਂ ਤੁਸੀਂ ਮੇਰੇ ਸਾਹਮਣੇ ਆ ਕੇ ਬੈਠੋ ਮੈਂ ਤੁਹਾਨੂੰ ਪੂਰਾ ਟਾਈਮ ਦੇ ਪਾਵਾਂ, ਤੁਹਾਨੂੰ ਵੇਟ ਨਾ ਕਰਨਾ ਪਵੇ, ਸਿਰਫ ਇਸ ਲਈ ਮੈਂ ਅਪੁਆਇੰਟਮੈਂਟ ਸ਼ਬਦ ਬੋਲਦਾ। ਬਾਕੀ ਮੈਂ ਕੌਣ ਅਪੁਆਇੰਟਮੈਂਟ ਦੇਣ ਵਾਲਾ, ਸਾਨੂੰ ਬਣਾਉਣ ਵਾਲੇ ਤੁਸੀਂ ਹੋ, ਸਾਡੇ ਸਰੋਤੇ ਨੇ ਜਿਹੜੇ ਤੁਹਾਨੂੰ ਦੇਖਦੇ ਨੇ, ਟਰਸਟ ਕਰਦੇ ਨੇ, ਸਾਡੇ ਕੋਲ ਪਹੁੰਚਦੇ ਨੇ ਦੂਰੋਂ ਦੂਰੋਂ। ਸੋ ਮੈਂ ਕੋਈ ਨਹੀਂ ਹੁੰਦਾ ਅਪੁਆਇੰਟਮੈਂਟ ਦੇਣ ਵਾਲਾ, ਬਟ ਸਮਾਂ ਇਹ ਹੁੰਦਾ ਕਿ ਤੁਹਾਨੂੰ ਜੇ ਬੁਲਾਇਆ ਤੁਹਾਨੂੰ ਚੰਗੀ ਤਰ੍ਹਾਂ ਸਮਾਂ ਦਿੱਤਾ ਜਾਵੇ, ਤੁਹਾਡੇ ਸਾਰੇ ਤੱਥ ਸੁਣੇ ਜਾਣ ਔਰ ਉਹਨਾਂ ਦੇ ਬੈਸਟ ਤੇ ਮੈਂ ਆਪਣੀ ਐਕਸਪਰਟਾਈਜ਼ ਯੂਜ਼ ਕਰਕੇ ਤੁਹਾਨੂੰ ਇੱਕ ਸਹੀ ਸਲਾਹ ਦੇ ਪਾਵਾਂ। ਸੋ ਤੁਸੀਂ ਉਹਦੇ ਲਈ ਬਿਲਕੁਲ ਸਾਨੂੰ ਰਾਬਤਾ ਕਾਇਮ ਕਰੋ 90413 90412 ਦੇ ਉੱਤੇ, ਐਂਡ ਡੈਫੀਨੇਟਲੀ ਮੈਨੂੰ ਟਰੈਕ ਕਰਨਾ ਕੋਈ ਮੁਸ਼ਕਿਲ ਗੱਲ ਨਹੀਂ ਹੈਗੀ। ਸਾਡੇ ਸਰੋਤਿਆਂ ਨੂੰ ਇੱਕ ਇਹ ਵੀ ਜ਼ਰੂਰ ਦੱਸੋ ਕਿ ਜਦੋਂ ਤੁਹਾਨੂੰ ਪਰਸਨਲੀ ਮਿਲਣ ਆਉਣ ਤਾਂ ਕੀ ਡਾਕੂਮੈਂਟ, ਕੀ ਚੀਜ਼ ਆਪਣੇ ਨਾਲ ਰੱਖਣ? ਬਿਲਕੁਲ ਇਹ ਇੱਕ ਵੈਲਿਡ ਕੁਐਸਚਨ ਹੈ। ਜਦੋਂ ਤੁਸੀਂ ਦੇਖੋ ਅੱਜ ਸਟੂਡੈਂਟ ਵੀਜ਼ਾ ਲਈ ਫੋਰ ਸ਼ੋਰ ਤੁਸੀਂ ਮਿਲਣ ਆਉਣਾ ਚਾਹੁੰਦੇ ਹੋ, ਤੇ ਜਦੋਂ ਸਟੂਡੈਂਟ ਵੀਜ਼ਾ ਲਈ ਮਿਲਣ ਆਉਂਦੇ ਹੋ ਤੇ ਬੇਸਿਕਲੀ ਤੁਹਾਡੇ ਅਕੈਡਮਿਕਸ ਤੁਹਾਡੇ ਕੋਲ ਹੋਣੇ ਬਹੁਤ ਜ਼ਰੂਰੀ ਹੈ, ਤੁਹਾਡੇ ਆਇਲਟਸ ਦਾ TRF ਹੋਣਾ ਤੁਹਾਡੇ ਕੋਲ ਜ਼ਰੂਰੀ ਹੈ, ਤੁਹਾਡੇ ਪਾਸਪੋਰਟ ਦੀ ਕਾਪੀ ਤੁਹਾਡੇ ਕੋਲ ਹੋਣੀ ਜ਼ਰੂਰੀ ਹੈ। ਜੇ ਤੁਹਾਡੇ ਕੋਲ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਅਸੀਂ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਗਾਈਡ ਕਰ ਸਕਦੇ ਹਾਂ, ਹਰ ਪੈਰਾਮੀਟਰ ਨੂੰ ਚੈੱਕ ਕਰ ਸਕਦੇ ਹਾਂ। ਕਈ ਵਾਰੀ ਸਟੂਡੈਂਟ ਆਉਂਦਾ ਜੀ ਮੇਰੇ 72% ਓਵਰਆਲ ਐਗਰੀਗੇਟ ਹੈ ਜੀ, ਮੇਰੇ 6.5 ਬੈਂਡ ਹੈ, ਨੌਲੇਜ 6 ਹੈ, ਸੁਣਨ ਨੂੰ ਪ੍ਰੋਫਾਈਲ ਬਹੁਤ ਸੋਹਣੀ ਲੱਗੀ, ਬਟ ਕਿਤੇ ਨਾ ਕਿਤੇ ਅਗਰ ਮੈਨੂੰ ਪਤਾ ਚੱਲਦਾ ਬਾਅਦ ਚੋਂ ਕਿ ਕਾਮਰਸ ਬੈਕਗਰਾਊਂਡ ਆ, ਅਕਾਊਂਟਿੰਗ ਦੇ ਵਿੱਚੋਂ 35 ਨੰਬਰ ਹੈ ਔਰ ਮੈਂ ਅਕਾਊਂਟਿੰਗ ਦਾ ਪ੍ਰੋਗਰਾਮ ਹੀ ਸੁਜੈਸਟ ਕੀਤਾ ਹੋਇਆ, ਤਾਂ ਕਿਤੇ ਨਾ ਕਿਤੇ ਦਿੱਕਤ ਵਾਲੀ ਗੱਲ ਤੁਹਾਡੇ ਲਈ ਹੋ ਸਕਦੀ ਹੈ, ਕਿਉਂਕਿ ਅੱਜ ਕੰਸਲਟੈਂਟ ਆਪਣੇ AC ਔਰ ਹੀਟਰ ਵਾਲੇ ਕਮਰੇ 'ਚ ਹੀ ਬੈਠਾ ਔਰ ਉੱਥੇ ਹੀ ਬੈਠਾ ਰਹਿੰਦਾ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਸੋ ਮੈਨੂੰ ਲੱਗਦਾ ਹੈ ਕਿ ਗਾਈਡੈਂਸ ਸਹੀ ਹੋਣੀ ਜ਼ਰੂਰੀ ਹੈ। ਮੇਰਾ ਮਕਸਦ ਸਿਰਫ ਤੁਹਾਨੂੰ ਇਹੀ ਗਾਈਡ ਕਰਨਾ ਹੈ ਕਿ ਤੁਹਾਡੇ ਜਿਹੜਾ ਜੋ ਵੀ ਪ੍ਰੋਗਰਾਮ ਤੁਸੀਂ ਗਾਈਡ ਕਰੋ ਲਓ ਅੱਗੇ ਫਿਊਚਰ ਲਈ ਬੈਨੀਫੀਸ਼ੀਅਲ ਹੋਵੇ। ਰਾਈਟ ਸਰ, ਲੈਂਡਮਾਰਕ ਇਮੀਗ੍ਰੇਸ਼ਨ ਦੀ ਟੈਗਲਾਈਨ ਯੋਰ ਡ੍ਰੀਮ ਆਰ ਐਂਬਿਸ਼ਨ, ਇਹ ਇੱਕ ਬੜੀ ਪੋਜ਼ਿਟਿਵ ਜੀ ਟੈਗਲਾਈਨ ਹੈਗੀ ਹੈ। ਸੋ ਮੈਂ ਚਾਹੁੰਦੀ ਹਾਂ ਕਿ ਜਾਣ ਤੋਂ ਪਹਿਲਾਂ ਤੁਸੀਂ ਇੱਕ ਪੋਜ਼ਿਟਿਵ ਜਿਹਾ ਮੈਸੇਜ ਵੀ ਸਾਰਿਆਂ ਨੂੰ ਜ਼ਰੂਰ ਦਿਓ। ਹਾਂ, ਪੋਜ਼ਿਟਿਵ ਰਹਿਣ ਦੀ ਗੱਲ ਇੱਦਾਂ ਹੈ ਜੀ, ਪੋਜ਼ਿਟਿਵ ਰਵਾਂਗੇ ਤਾਂ ਜ਼ਿੰਦਗੀ ਚੱਲਦੀ ਹੈ, ਖੜੇ ਤਾਂ ਪਾਣੀ ਨੂੰ ਵੀ ਕਾਈ ਲੱਗ ਜਾਂਦੀ ਕਹਿੰਦੇ ਨਾ। ਸੋ ਪੋਜ਼ਿਟਿਵ ਰਹਿਣਾ ਬਹੁਤ ਜ਼ਰੂਰੀ ਹੈ। ਅਸੀਂ ਹਮੇਸ਼ਾ ਚਾਹੇ ਜਿੰਨੇ ਮਰਜ਼ੀ ਉਤਾਰ ਚੜਾਵ ਆਏ ਇਸ COVID-19 ਦੇ ਵਿੱਚ ਅਸੀਂ ਬਟ ਬਿਲਕੁਲ ਸਟੂਡੈਂਟ ਨੂੰ ਪੋਜ਼ਿਟਿਵ ਕੀਤਾ, ਪੋਜ਼ਿਟਿਵਲੀ ਮੋਟੀਵੇਟ ਕੀਤਾ। ਸਟੂਡੈਂਟ ਦੀ ਵੀ ਮੈਂ ਦਾਦ ਦੇਣਾ ਚਾਹੁੰਦਾ, ਉਹਨਾਂ ਨੇ ਵੀ ਸਾਲ ਵੇਟ ਕੀਤਾ ਬਟ ਕਦੀ ਹਿੰਮਤ ਨਹੀਂ ਹਾਰੇ। ਸੋ ਮੈਨੂੰ ਲੱਗਦਾ ਇਹੀ ਸਾਡੇ ਖੂਨ 'ਚ ਹੈ, ਇਹੀ ਸਾਨੂੰ ਸਿਖਾਇਆ ਜਾਂਦਾ ਹੈ, ਕਦੀ ਹਿੰਮਤ ਨਹੀਂ ਹਾਰਨੀ ਔਰ ਅੱਗੇ ਵਧਣਾ। ਔਰ ਜੇ ਤੁਸੀਂ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਅਸੀਂ ਬੈਠੇ ਹਾਂ ਤੁਹਾਡੇ ਡਰੀਮਸ ਪੂਰੇ ਕਰਨ ਲਈ। ਅਸੀਂ ਆਪ ਨਹੀਂ ਜਾਣਾ ਚਾਹੁੰਦੇ ਕੈਨੇਡਾ ਦੇ ਵਿੱਚ, ਅਸੀਂ ਆਪ ਨਹੀਂ ਜਾਣਾ ਚਾਹੁੰਦੇ ਕਿਤੇ। ਮੈਂ ਪਰਸਨਲੀ ਮੈਂ ਬਿਲਕੁਲ ਪਸੰਦ ਨਹੀਂ ਕਰਦਾ ਕਿਤੇ ਬਾਹਰ ਜਾਣਾ, ਬਟ ਮੇਰਾ ਬਿਜ਼ਨਸ ਆ ਤੁਹਾਨੂੰ ਗਾਈਡ ਕਰਨਾ ਔਰ ਸਹੀ ਢੰਗ ਨਾਲ ਕਰਨਾ ਕਿ ਤੁਹਾਨੂੰ ਜਾ ਕੇ ਕੋਈ ਦਿੱਕਤ ਨਾ ਆਵੇ। ਸੋ ਉਹਦੇ ਲਈ ਤੁਸੀਂ ਐਨੀ ਟਾਈਮ ਯੂ ਕੈਨ ਕੰਟੈਕਟ ਟੂ ਲੈਂਡਮਾਰਕ ਇਮੀਗ੍ਰੇਸ਼ਨ, ਅਸੀਂ ਤੁਹਾਨੂੰ ਬਿਲਕੁਲ ਸਹੀ ਗਾਈਡੈਂਸ ਦੇਵਾਂਗੇ। ਤੇ ਜਾਣ ਤੋਂ ਪਹਿਲਾਂ ਥੈਂਕ ਯੂ ਸੋ ਮਚ ਸਰ, ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਨਾਲ ਜੁੜੇ, ਬਹੁਤ ਹੀ ਚੰਗਾ ਲੱਗਿਆ। ਤੇ ਇੱਕ ਚੀਜ਼ ਹੋਰ ਮੈਂ ਸਾਰਿਆਂ ਨੂੰ ਜ਼ਰੂਰ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ ਵੀ ਸਵਾਲ ਅੱਜ ਸ਼ੋਅ ਦੇ ਦੌਰਾਨ ਤੁਹਾਡੇ ਜ਼ਿਹਨ ਦੇ ਵਿੱਚ ਰਹਿ ਗਏ ਨੇ ਕਿ ਆਪਾਂ ਇਹ ਪੁੱਛਣਾ ਸੀਗਾ, ਤੁਸੀਂ ਜਦ ਵੀ ਸ਼ੋਅ ਦੇਖਿਆ ਕਰੋ ਪੈਨ ਪੇਪਰ ਲੈ ਕੇ ਬੈਠਿਆ ਕਰੋ, ਕਿਉਂਕਿ ਉਹ ਜਿਹੜੇ ਸਵਾਲ ਹੈਗੇ ਨੇ ਮੁੜ ਕੇ ਭੁੱਲ ਨਾ ਜਾਓ। ਇਹ ਨੋਟ ਡਾਊਨ ਕਰਕੇ ਉਹ ਸਵਾਲ ਤੁਸੀਂ ਮੁੜ ਕੇ ਸ਼ੋਅ ਖਤਮ ਹੋਣ ਤੋਂ ਬਾਅਦ ਕਾਲ ਕਰਕੇ ਪੁੱਛ ਸਕਦੇ ਹੋ। ਇਹਨਾਂ ਤੱਕ ਤੁਸੀਂ ਵਿਜ਼ਿਟ ਕਰ ਸਕਦੇ ਹੋ। ਤੁਹਾਡੀ ਪ੍ਰੋਫਾਈਲ ਨੂੰ ਐਸੈਸ ਕਰਨ ਦੇ ਕੋਈ ਵੀ ਚਾਰजेस ਨਹੀਂ ਹੈਗੇ ਨੇ। ਸਭ ਤੋਂ ਅੱਛੀ ਗੱਲ ਇਹ ਹੈਗੀ ਹੈ ਕਿ ਤੁਸੀਂ ਕਿੱਥੇ ਸਟੈਂਡ ਕਰ ਸਕਦੇ ਹੋ ਉਹ ਤੁਹਾਨੂੰ ਪਤਾ ਚੱਲ ਜਾਏਗਾ। ਥੈਂਕ ਯੂ ਸੋ ਮਚ ਸਰ ਵਨਸ ਅਗੇਨ। ਥੈਂਕ ਯੂ ਵੈਰੀ ਮਚ। ਐਂਡ ਮੈਂ ਵਿਊਅਰਸ ਨੂੰ ਵੀ ਕਹਿਣਾ ਚਾਹੂੰਗਾ ਕਿ ਡੋਂਟ ਫਰਗੇਟ ਟੂ ਲਾਈਕ ਆਰ ਫੇਸਬੁੱਕ ਪੇਜ ਐਂਡ YouTube ਚੈਨਲ, ਸਬਸਕ੍ਰਾਈਬ ਕਰਨਾ ਨਾ ਭੁੱਲੋ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ। ਸਾਨੂੰ ਵੀ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।